ਸਿੰਘ ਵਿਸ਼ਨੂੰ ਗਵਾਂਦੀ ਸੋਹੰ ਮਹਾਰਾਜ ਸਿੰਘ ਵਿਸ਼ਨੂੰ ਗਵਾਂਦੀ ਜੈ ਸੋਹੰ ਮਹਾਰਾਜ ਸਿੰਘ ਵਿਸ਼ਨੂੰ ਗਵਾਂਦੀ ਜੈ। 25 ਭਾਦਰੋਂ 2017 ਬਿਕਰਮੀ ਬਗੀਚਾ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜਵਾਲ ਜ਼ਿਲ੍ਹਾ ਫਿਰੋਜ਼ਪੁਰ। ਹੈ ਗੁਰੂ ਜਨੋ ਆਪ ਜੀ ਨੇ ਲਿਖਾਰੀ ਜਗੀਰ ਸਿੰਘ ਪਾਸੋਂ ਇੱਕ ਪੰਕਤੀ ਸੁਣੀ ਅਖੀਰ ਦੇ ਉੱਤੇ ਕਿ ਮੈਂ ਆਪਣੇ ਭਗਤਾਂ ਨੂੰ ਸੁੱਚੇ ਬਣਾ ਲਿਆ। ਪਰ ਕਿਉਂ ਬਣਾਇਆ? ਸੰਜਮ ਆਪਣਾ ਅਸੀਂ ਸੰਜਮ ਰੱਖਿਆ ਹੀ ਨਹੀਂਗਾ। ਅਸੀਂ ਜੋ ਸਤਿਗੁਰਾਂ ਸਾਨੂੰ ਉਪਦੇਸ਼ ਦਿੱਤਾ ਉਹ ਨਿਰਗੁਣ ਧਾਰਦਾ ਸੀ। ਅਸੀਂ ਉਸ ਸੰਜਮ ਨੂੰ ਤੋੜ ਲਿਆ। ਅਸੀਂ ਜੜ ਪੂਜਾ 'ਚ ਫਸ ਗਏ। ਔਰ ਜਦੋਂ ਜੜ ਪੂਜਾ ਫਸੀ ਫਿਰ ਸੰਸਾਰ ਦੇ ਅੰਦਰ ਲੜਾਈ ਝਗੜੇ ਫਸਾਦ ਹੁੰਦੇ ਆ। ਇਹ ਕਹਿ ਦੇਣਾ ਕਿ ਚਲੋ ਅਸੀਂ ਚਿੱਟੇ ਕੇ ਬਸਤਰ ਪਾ ਲਏ ਆ, ਅਸੀਂ ਸੁੱਚੇ ਹੋ ਗਏ ਹਾਂ। ਪਰ ਜੋ ਸਤਿਗੁਰਾਂ ਉਪਦੇਸ਼ ਦਿੱਤਾ ਸੰਜਮ ਦਾ, ਅਸੀਂ ਉਸ ਨੂੰ ਭੁੱਲ ਗਏ। ਮੈਂ ਕਈ ਵਾਰੀ ਸੋਚਦਾ ਕਿ ਸੱਚੇ ਪਾਤਸ਼ਾਹ ਜੀ ਦੇ ਅੰਤਮ ਸਮੇਂ ਸੱਚੇ ਪਾਤਸ਼ਾਹ ਇੱਕ ਸੀੜੀ ਦੀ ਲਿਖਤ ਲਿਖੀ ਕਰਵਾਈ ਸੀਗੀ। ਉਹਦੇ 'ਚ ਆਖਿਆ ਸੀਗਾ ਕਿ ਮਹਾਰਾਜ ਪੂਰਨ ਸਿੰਘ ਜੀ ਦੇ ਤਿਆਗਣ ਦੇ ਨਾਲ ਹੀ ਤੁਸਾਂ ਦਾ ਜਿਹੜਾ ਸਤਿਗੁਰ ਦੇ ਪ੍ਰਤੀ ਪਿਆਰ ਆ ਉਸ ਦੀ ਵੀ ਅਰਥੀ ਜਲ ਜਾਵੇਗੀ। ਅਗਰ ਇਹੀ ਗੱਲ ਆ ਤੇ ਫਿਰ ਆਪਾਂ ਕਦੀ ਸੋਚਿਆ ਨਹੀਂ ਕਿ ਸਾਡੇ ਅੰਦਰ ਜੋ ਲੜਾਈ ਝਗੜਾ ਹੈ ਉਸ ਦਾ ਕਾਰਨ ਕੀ ਹੈ? ਉਸ ਦਾ ਕਾਰਨ ਸਾਡਾ ਆਪਣਾ ਸੰਜਮ ਆ। ਅਸੀਂ ਕੀ ਆਪਣੇ ਆਪ ਨੂੰ ਉਸ ਹੁਕਮ ਦੇ ਅੰਦਰ ਢਾਲ ਪਾਏ ਜੋ ਸਤਿਗੁਰਾਂ ਸਾਨੂੰ ਦਿੱਤਾ, ਜਾਂ ਸਿਰਫ ਅਸੀਂ ਆਪਣੇ ਆਪ ਨੂੰ ਚਿੱਟੇ ਕੱਪੜਿਆਂ ਤੱਕ ਹੀ ਮਹਿਦੂਦ ਰੱਖ ਲਿਆ ਕਿ ਚਿੱਟੇ ਬਸਤਰ ਪਾ ਲਏ, ਜੇ ਕਿਤੇ ਸਤਸੰਗ ਹੋਇਆ ਚਲੇ ਗਏ। ਲੇਕਿਨ ਸਤਸੰਗ ਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਕੀ ਆ, ਅਸੀਂ ਉਸ ਨੂੰ ਸੁਣਨ ਤੋਂ ਵਾਂਝੇ ਰਹਿ ਜਾਂਦੇ। ਮਹਾਰਾਜ ਜੀ ਬਾਣੀ 'ਚ ਵਾਰ ਲਿਖਿਆ ਕਿ ਜਿਤਨੇ ਵੀ ਪਾਠੀ ਹਨ, ਕੀਰਤਨੀ ਹਨ, ਉਹ ਬਾਣੀ ਦਾ ਗਾਇਨ ਤਾਂ ਕਰਦੇ ਆ, ਪਰ ਜਿਸ ਦੀ ਗੁਣਗਾਨ ਦੀ ਗੱਲ ਬਾਣੀ ਕਰਦੀ ਆ ਉਸ ਗੁਣਗਾਨ ਨੂੰ ਅਸੀਂ ਕਦੀ ਆਪਣੀ ਅੰਤਰਾਤਮਾ ਵਸਾਇਆ ਨਹੀਂ। ਔਰ ਜਿਹੜੇ ਨਹੀਂ ਵਸਾਉਂਦੇ ਉਹ ਖਾਲੀ ਹੱਥੋਂ ਦੇ ਖਾਲੀ ਹੱਥ ਚਲੇ ਜਾਂਦੇ। ਅਸੀਂ ਕਦੀ ਇਹ ਨਹੀਂ ਵਿਚਾਰਿਆ ਕਿ ਜੋ ਸਤਿਗੁਰਾਂ ਦਾ ਹੁਕਮ ਆ ਅਸੀਂ ਕਦੀ ਉਹਨੂੰ ਵੀ ਜੀਵਨ 'ਚ ਉਤਾਰੀਏ ਕਿ ਸਿਰਫ ਲੰਗਰ ਛਕਿਆ ਚਲੋ ਭਗਤ ਵੱਲ ਜਾਇਆ ਹੈ। ਲੇਕਿਨ ਜੋ ਸ਼ਬਦ ਆ ਉਸ ਦੀ ਵਿਚਾਰ ਜਿਹੜੀ ਆ
ਅਸੀਂ ਉਸ ਨੂੰ ਕਦੀ ਆਪਣੀ ਲੜ ਨਹੀਂ ਬੰਨਿਆ। ਔਰ ਜਦ ਤੱਕ ਅਸੀਂ ਇਸ ਸ਼ਬਦ ਵਿਚਾਰ ਨੂੰ ਆਪਣੇ ਲੜ ਨਹੀਂ ਬੰਨਾਂਗੇ ਤਦ ਤੱਕ ਆਪਾਂ ਇਸੇ ਤਰ੍ਹਾਂ ਹੀ ਰਹਾਂਗੇ। ਜੋ ਮਹਾਰਾਜ ਨੇ ਆਖਿਆ ਜੀ ਕਿ ਅੱਗੇ ਕਰਮਾਂ ਦਾ ਵੇਖਣਾ ਘੋਲ, ਕਰਮਾਂ ਦੀ ਦੇਣੀ ਸਜ਼ਾ ਹੀ ਹੈ। ਨਹੀਂ ਸੁਣਾਂਗੇ ਸੱਚੇ ਪਾਤਸ਼ਾਹ ਜੀ ਨੂੰ, ਫਿਰ ਸਾਡੇ ਕਰਮ ਜਿਹੜੇ ਆ ਉਹ ਮਾੜੇ ਆ। ਇਹ 25 ਭਾਦਰੋਂ 2017 ਵਿਕਰਮੀ ਦੀ ਲਿਖਦਾ ਹੈ। ਆਓ ਆਪਾਂ ਇਸ ਦੇ ਵਿੱਚੋਂ ਥੋੜ੍ਹੀ ਜੋ ਵਿਚਾਰ ਜੋ ਜੀ ਮਹਾਰਾਜ ਦੀ ਕਿਰਪਾ ਕਰਨ ਦੇਣਗੇ ਆਪਾਂ ਨੂੰ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ। ਦੀਨ ਦਿਆਲ ਠਾਕਰ ਗੁਣਵੰਤ, ਠਾਕਰ ਸਾਦੇ ਹਨ ਰਾਜਨ ਨੂੰ। ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਪਰ ਅਸੀਂ ਦੀਨ ਬਣੇ ਨਹੀਂ। ਅਸੀਂ ਆਪਣੇ ਆਪ ਨੂੰ ਇਹ ਸਮਝਦੇ ਕਿ ਅਸੀਂ ਬੜੇ ਲਾਡੂ ਖਾਂ ਬਣ ਗਏ ਹਾਂ। ਜੋ ਉਸ ਦੇ ਗੁਣ ਹਨ, ਕਦੀ ਗੁਣਾਂ ਨੂੰ ਵੀ ਧਾਰਨ ਕੀਤਾ ਕਿ ਨਹੀਂ ਕੀਤਾ। ਮਹਾਰਾਜ ਕਹਿੰਦੇ ਅਗਲੀ ਪੰਕਤੀ, ਪ੍ਰਿਤਪਾਲ ਸਰਬ ਸੁਖਦਾਈ, ਆਹ ਸਾਰਿਆਂ ਦੀ ਪਾਲਣਾ ਕਰਦਾ। ਕਦੀ ਆਪਾਂ ਇਹ ਵੀ ਸੋਚਿਆ ਕਿ ਸਾਡੇ ਕਾਰਨ ਕਰਕੇ ਕਿਸੇ ਨੂੰ ਤਕਲੀਫ ਤਾਂ ਨਹੀਂ ਹੁੰਦੀ, ਕਿ ਸਿਰਫ ਅਸੀਂ ਇਹੋ ਕਿਹਾ ਕਿ ਕੋਈ ਆਇਆ ਬਾਣੀ ਪੜ੍ਹ ਗਿਆ, ਸੁਣਿਆ ਨਾ ਸੁਣਿਆ। ਭਾਈ ਮਹਾਰਾਜ ਕਹਿੰਦੇ ਆ ਉਹ ਗੁਣਵੰਤ ਆ ਠਾਕਰ, ਉਹ ਦੀਨਾਂ ਤੇ ਦਇਆ ਕਰਨ ਵਾਲਾ ਆ। ਜੇ ਦੀਨਾਂ ਤੇ ਦਇਆ ਕਰਨ ਵਾਲਾ ਤੇ ਉਹ ਸਰਬ ਸੁਖਦਾਈ, ਉਹ ਕਿਸੇ ਨੂੰ ਕਸ਼ਟ ਨਹੀਂ ਦਿੰਦਾ, ਚਾਹੇ ਬੋਲਣ ਦੇ ਨਾਲ, ਚਾਹੇ ਕਿਸੇ ਹੋਰ ਕਰਨ ਦੇ ਨਾਲ। ਔਰ ਸਾਰਿਆਂ ਦੀ ਪ੍ਰਤਪਾਲਨਾ ਕਰਦਾ। ਔਰ ਇਹ ਨਹੀਂ ਕਿ ਹੁਣ ਆਇਆ ਜਿਵੇਂ ਉਸਨੇ ਕਿਹਾ ਕਿ ਮੈਂ 994 ਚੌਪੜੀ ਜੋ ਬਾਅਦ ਆਉਣਾ ਨੇਕ ਲੰਘ ਦੇ ਸਰੂਪ 'ਚ, ਉਹ ਜੁਗਾ ਜਗੰਤ ਹੀ ਆਉਂਦਾ ਰਹਿੰਦਾ ਹੈ। ਔਰ ਜੁਗ ਜੁਗ ਆਉਂਦਾ ਨਿਰਗੁਣ ਸਰਗੁਣ ਬਣ ਕੇ ਆਉਂਦਾ, ਗੁਰੂਆਂ ਪੀਰਾਂ ਦੇ ਰੂਪ 'ਚ ਆਉਂਦਾ ਆ। ਅਗਰ ਗੁਰੂਆਂ ਪੀਰਾਂ ਦੇ ਰੂਪ 'ਚ ਆਉਂਦਾ ਆ ਤੇ ਉਹ ਕੋਈ ਕਰਮ ਕਰਨ ਲਈ ਵੀ ਕਹਿੰਦਾ ਆ। ਕੀ ਸਾਨੂੰ ਵੀ ਸੱਚੇ ਪਾਤਸ਼ਾਹ ਕੋਈ ਕਰਮ ਕਰਨ ਲਈ ਆਖਿਆ? ਮਹਾਰਾਜ ਕਹਿੰਦੇ ਹਨ, ਖੇਲੇ ਖੇਲ ਜੁਗਾ ਜਗੰਤ ਹੈ, ਨਿਤ ਨਵਿਤ ਕਾਰ ਕਮਾਈ। ਹਰ ਜਨ ਵੇਖੇ ਸਾਚੇ ਸੰਤ। ਅਸੀਂ ਜੇ ਕਹਿੰਦੇ ਸਾਰੇ ਸੰਤ ਹੋ ਗਏ, ਇਹ ਕਿਰਪਾ ਉਹਦੀ ਕਿ ਜਿੰਨਾ ਚਿਰ ਸਹਿ ਮਾਤਲੋਕ 'ਚ ਵਿਚਰੇ ਉਤਨੀ ਦੇਰ ਜਿਸ ਤੇ ਦ੍ਰਿਸ਼ਟੀ ਪਾਤੀ ਉਹ ਸੰਤ ਬਣ ਗਿਆ, ਭਗਤ ਬਣ ਗਿਆ। ਗੁਰ ਸਤਿਗੁਰ ਰੂਪ ਪਰਟਾਈ। ਅਸੀਂ ਸਤਿਗੁਰੂ ਦਾ ਰੂਪ ਉਹਨੇ ਤਾਂ ਪ੍ਰਚਾਰਤਾ ਜ਼ਰੂਰ। ਉਹਨੇ ਕਿਹਾ ਕਿ ਮੈਂ ਸਤਿਗੁਰੂ ਹਾਂ, ਮੈਂ ਸ਼ਬਦ ਦਾ ਧਨੀ ਹਾਂ। ਕਿ ਸੰਗਤ ਦੇ ਅੰਦਰ ਜਿਹੜੇ ਗੁਰੂ ਬਣ ਗਏ ਉਹ ਸ਼ਬਦ ਦੇ ਧਨੀ ਹੈ, ਜਾਂ ਉਂਝ ਹੀ ਅਸੀਂ ਇੱਕ ਦੂਜੇ ਨੂੰ ਮੱਥੇ ਟੇਕੀ ਜਾਂਦੇ ਹਾਂ। ਮਹਾਰਾਜ ਪੂਰਨ ਸਿੰਘ ਜੀ 21 ਸਿੱਖਾਂ ਨੂੰ ਲੈ ਕੇ 68 ਤੀਰਥਾਂ ਦੇ ਉੱਤੇ ਗਏ ਸਨ। ਔਰ ਆਖਰੀ ਪੜਾਵਾਂ 'ਚ ਇੱਕ ਪੜਾਅ ਸੀ ਕੁਰੂਕਸ਼ੇਤਰ। ਉੱਥੇ ਮਹਾਰਾਜ ਜੀ ਆਣ ਕੇ ਕਹਿ ਲਗੇ ਨਾਜਰ ਸਾਹਿਬ ਜਿਹੜੀਆਂ ਅਸੀਂ ਚੀਜ਼ਾਂ ਨਾਲ ਲੈ ਗਏ ਸਾਂ ਉਹ ਕੱਢ। ਉਹ 1 ਰੁਪਇਆ ਸੀ, ਸਵਾ ਰਤੀ ਕੇਸਰ ਸੀ, ਇੱਕ ਨਾਰੀਅਲ ਸੀ, ਇੱਕ ਪਗੜੀ ਸੀ, ਕੁਝ ਪੂਜਾ ਮਿਸ਼ਰੀ ਸੀ,
ਔਰ ਨਾਲ ਇੱਕ ਮੁੱਠ ਮਨਜੀਤ ਤੇ ਜਗਦੀਸ਼ ਦੀ ਸੁਆਹ ਸੀ। ਮਹਾਰਾਜ ਆਖਣ ਲੱਗੇ ਕਿ ਅਸੀਂ 68 ਤੀਰਥਾਂ ਦੇ ਘੁੰਮ ਆਏ ਹਾਂ, ਇਸ ਲਈ ਗਏ ਸੀ ਦੇਖਣ ਲਈ ਕਿ ਕੋਈ ਸ਼ਬਦ ਦਾ ਧਨੀ ਹੈ, ਕਿਸੇ ਦੇ ਅੰਦਰ ਸ਼ਬਦ ਦੀ ਤਾਰ ਹੈ। ਅਗਰ ਕਿਸੇ ਦੇ ਅੰਦਰ ਸ਼ਬਦ ਦੀ ਤਾਰ ਹੁੰਦੀ, ਅਸੀਂ ਉਹਦੇ ਅੱਗੇ ਨਾਰੀਅਲ ਰੱਖ ਕੇ ਗਾਨਾ ਮੋਹਿਤਾ ਦੀ ਨਾਲ ਲੈ ਗਿਆ, ਸਾਨੂੰ ਗਾਨਾ ਬੰਨ੍ਹ ਦੇਣਾ ਸੀ। ਸਵਾਰਤੀ ਕੇਸਰ ਲੈ ਗਿਆ ਸੀ, ਤਿਲ ਲਾ ਦੇਣਾ ਸੀ, ਪ੍ਰਸ਼ਾਦ ਵੰਡ ਦੇਣਾ ਸੀ, ਕਹਿਣਾ ਕਿ ਇਹ ਸਤਿਗੁਰੂ ਹੈ। ਸ਼ਾਇਦ ਕੋਈ ਹੋਵੇਗਾ ਜਿਹਨੇ ਉਹ ਦੇਖਿਆ ਹੋਵੇ ਸੀ। ਪਰ ਮਹਾਰਾਜ ਕਹਿਣ ਲੱਗੇ ਅਸੀਂ ਸਾਰੇ ਤੀਰਥ ਦੇਖ ਆਏ ਹਾਂ, ਸਾਨੂੰ ਕੋਈ ਸ਼ਬਦ ਦਾ ਧਨੀ ਨਹੀਂ ਲੱਭਾ। ਜਿਤਨੇ ਵੀ ਆ ਸਭ ਢੋਂਗੀ ਹਨ। ਔਰ ਆਖਿਆ ਇਹ ਜਿਹੜੀ ਇੱਕ ਮੁੱਠੀ ਰਾਖ ਆ ਮਨਜੀਤ ਤੇ ਜਗਦੀਸ਼ ਦੀ, ਅਸੀਂ ਉਹਨਾਂ ਦੇ ਸਿਰ 'ਚ ਸੁਆਹ ਪਾਉਂਦੇ ਹਾਂ। ਕਿਆ ਅਸੀਂ ਵੀ ਇੱਕ ਦੂਜੇ ਨੂੰ ਮੱਥਾ ਟੇਕਦੇ ਹਾਂ? ਪਹਿਲੀ ਗੱਲ ਤੇ ਸੱਚੇ ਪਾਤਸ਼ਾਹ ਕਿਹਾ ਕਿ ਕਿਸੇ ਨੂੰ ਵੀ ਨਮਸਕਾਰ ਨਹੀਂ ਕਰਨੀ। ਔਰ ਕਿਸੇ ਦੇ ਕਈ ਵਾਰ ਸੋਚੀਦਾ ਕਿ ਕੋਈ ਅਫਸਰ ਹੋ ਜਾਏ ਉਹਨੂੰ ਵੀ ਕਹਿ ਦਿਓ ਨਮਸਤੇ, ਕੋਈ ਮਿਲ ਜਾਏ ਉਹਨੂੰ ਵੀ ਨਮਸਤੇ, ਉਹ ਵੀ ਗਲਤ ਹੈ। ਔਰ ਮਹਾਰਾਜ ਕਹਿੰਦੇ ਹੈਗੇ ਯਾਰ, ਹੇ ਗੁਰਮੁਖ ਜਨੋ, ਗੁਰ ਸ਼ਬਦ ਨੂੰ ਕਹਿੰਦੇ ਆ। ਗੁਰ ਸਤਿਗੁਰ ਰੂਪ ਪ੍ਰਗਟਾਈ ਆ। ਕਿਆ ਉਹਨਾਂ ਦੇ ਅੰਦਰ ਜਿਹਨਾਂ ਨੂੰ ਅਸੀਂ ਮੱਥੇ ਟੇਕਦੇ ਹਾਂ, ਉਹਨਾਂ ਦੇ ਅੰਦਰ ਗੁਰਤਾਰ ਹੈ। ਮੈਂ ਆਮ ਤੌਰ 'ਤੇ ਉਹ ਪੰਕਤੀ ਪੜ੍ਹਦਾ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਰਾਮਦਾਸ ਜਗਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ। ਜਿਤਨੀ ਦੇਰ ਗੁਰ ਸ਼ਬਦ ਧਾਰ ਨਹੀਂ ਆ ਕਿਸੇ ਦੇ ਅੰਦਰ, ਉਤਨੀ ਦੇਰ ਤੱਕ ਉਹ ਗੁਰੂ ਨਹੀਂ ਹੋ ਸਕਦਾ। ਔਰ ਮਹਾਰਾਜ ਪੂਰਨ ਸਿੰਘ ਜੀ ਨੇ ਕਿਹਾ ਸੀ ਕਿ ਸਤੋਂ ਬਾਅਦ ਤੇ ਕਿਸੇ ਦੇ ਅੰਦਰ ਜੋਤ ਨਹੀਂ ਆਵੇਗੀ। ਅਗਰ ਮਹਾਰਾਜ ਪੂਰਨ ਸਿੰਘ ਜੀ ਤੋਂ ਬਾਅਦ ਜੋਤ ਨਹੀਂ ਆਵੇਗੀ ਤੇ ਅਸੀਂ ਫਿਰ ਜਣੇ ਖਣੇ ਨੂੰ ਮੱਥੇ ਕਿਉਂ ਟੇਕਦੇ ਹਾਂ? ਮਹਾਰਾਜ ਕਹਿੰਦੇ ਗੁਰ ਸਤਿਗੁਰ ਨੂੰ ਪ੍ਰਗਟਾਈ ਹੈ। ਜਿੰਨਾ ਚਿਰ ਗੁਰ ਸ਼ਬਦ ਧਾਰ ਕਿਸੇ ਦੇ ਅੰਦਰ ਪ੍ਰਗਟ ਨਹੀਂ ਹੁੰਦੀ, ਉਹ ਸਤਿਗੁਰੂ ਨਹੀਂ ਹੋ ਸਕਦਾ। ਫਿਰ ਅਸੀਂ ਸਤਿਗੁਰੂ ਜਣੇ ਖਣੇ ਨੂੰ ਮੰਨ ਕੇ ਅਸੀਂ ਆਪ ਵੀ ਸਿੱਖ ਨਹੀਂ ਰਹਿ ਗਏ। ਕਿਉਂਕਿ ਮਹਾਰਾਜ ਨੇ ਕਿਹਾ ਸੀਗਾ ਕਿ ਮਹਾਰਾਜ ਪੂਰਨ ਸਿੰਘ ਜੀ ਦੇ ਜਾਣ ਤੋਂ ਬਾਅਦ ਸੰਗਤ ਦੀ ਪਰਖ ਹੋਵੇਗੀ, ਔਰ ਪਰਖ ਹੋਵੇਗੀ ਆਤਮ ਪਰਮਾਤਮਾ। ਇਹ ਜੋ ਧਾਰ ਹੈ, ਇਸ ਨੂੰ ਕਿਸਨੇ ਅਪਣਾਇਆ, ਕਿਸਨੇ ਇਸ ਨੂੰ ਆਪਣੇ ਜੀਵਨ 'ਚ ਉਤਾਰਿਆ ਆ। ਪਹਿਲੀ ਗੱਲ ਤੇ ਅਸੀਂ ਆਤਮਾ ਦੀ ਗੱਲ ਨਹੀਂ ਕਰਦੇ, ਅਸੀਂ ਜੋ ਸਾਹਮਣੇ ਦਿਸਦਾ ਉਸ ਦੀ ਗੱਲ ਕਰਦੇ ਹਾਂ। ਫਿਰ ਪਰਮਾਤਮਾ ਦੀ ਗੱਲ ਨਹੀਂ, ਜਿਸਨੇ ਸਾਨੂੰ ਇਹ ਦਾਤ ਬਖਸ਼ੀ ਬਾਣੀ ਦੀ, ਉਹ ਸਤਿਗੁਰ ਤੇ ਛੱਡ ਦਿੱਤਾ। ਹੁਣੇ ਤੁਸੀਂ ਇੱਕ ਪੰਕਤੀ ਸੁਣੀ ਸੀ, ਸਰਦਾਰ ਪਾਲ ਸਿੰਘ ਦਾ ਪੁੱਤਰ ਪੂਰਨ ਰੂਪ ਸੀਗਾ, ਵੀਰ ਜਗੀਰ ਸਿੰਘ ਨਾਲ ਸੁਣਾਈ ਪੰਕਤੀ। ਅਗਰ ਮਹਾਰਾਜ ਪੂਰਨ ਸਿੰਘ ਜੀ ਪੂਰਨ ਸਨ, ਉਹਨਾਂ ਕਿਸੇ ਨੂੰ ਪੂਰਨ ਬਣਾਇਆ ਨਹੀਂ ਗਾ। ਫਿਰ ਅਸੀਂ ਲੋਕ ਜਿਹੜੇ ਹਾਂ, ਅਸੀਂ ਗੁੰਮਰਾਹ ਕਿਉਂ ਹੁੰਦੇ ਹਾਂ? ਗੁਰ ਸਤਿਗੁਰੂ ਰੂਪ ਪ੍ਰਗਟਾਈ ਆ। ਸ਼ਬਦ ਦੀ ਤਾਰ ਜਿਹੜੀ ਆ ਗੁਰ, ਉਹ ਤੋਂ ਪਤਾ ਲੱਗਦਾ ਇਹ ਸਤਿਗੁਰੂ ਹੈ। ਔਰ ਅਸੀਂ ਦੇਖਦੇ ਹਾਂ ਸੰਗਤ 'ਚ, ਮੈਂ ਦੇਖਦਾ ਹਾਂ, ਜਾਂਦਾ ਕਦੀ ਜਾਂਦਾ, ਸਾਰੇ ਹੱਥ ਜੋੜ ਕੇ ਫਤਿਹ ਕੇ ਜਾਓ। ਜਦੋਂ ਮਹਾਰਾਜ ਜੀ ਬਾਹਰ ਨੂੰ ਗਏ ਆ ਪਹਿਲੀ ਵਾਰੀ,
ਉਦੋਂ ਸੰਗਤ ਨੂੰ ਆਖਿਆ ਸੀ, ਸੰਗਤੇ ਜਕਾਰਾ ਬੋਲ ਕੇ ਜਿਹੜੇ ਸਾਡੇ ਨਾਲ ਚੱਲੇ ਬਾਹਰ ਨੂੰ, ਇਹਨਾਂ ਨੂੰ ਵਿਦਾ ਕਰੋ। ਤੇ ਆਪਾਂ ਜਕਾਰਾ ਕਾਹਦੇ ਬੋਲਦੇ ਇੱਕ ਦੂਜੇ ਨੂੰ, ਗੋਡੀ ਹੱਥ ਜਾਂ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਆ। ਮਹਾਰਾਜ ਕਹਿੰਦੇ ਗੁਰ ਸਤਿਗੁਰ ਰੂਪ ਰਟਾਈਆ, ਦੇਵੇ ਨਾਮ ਮਨੀਆ ਮੰਤ। ਕਈ ਕਹਿੰਦੇ ਆ, ਮੈਨੂੰ ਕੱਲ ਇੱਕ ਮੇਰਾ ਵੀਰ ਕੱਲ ਪਰਸੋਂ ਗੱਲ ਕਰਦਾ ਕਰਦਾ ਕਹਿਣ ਲੱਗਾ, ਉਸ ਦੀ ਬਹੂ ਜਿਹੜੀ ਆ ਉਹ ਬਿਆਸਾ ਜਾਂਦੀ ਹੈ। ਉਹ ਕਹਿੰਦੀ ਮੈਂ ਤੁਹਾਡੇ ਮਹਾਰਾਜ ਦਾ ਨਾਮ ਨਹੀਂ ਲੈਣਾ, ਮੈਂ ਬਿਆਸਾ ਵਾਲੀ ਚੇਲੀ ਹਾਂ, ਮੈਂ ਉਹਨਾਂ ਤੋਂ ਨਾਮ ਲਿਆ। ਕਿਆ ਜਿਹੜੀ ਚੀਜ਼ ਕਿਸੇ ਦੀ ਹੈ ਹੀ ਨਹੀਂ, ਉਹ ਕਿਸੇ ਨੂੰ ਕਿੱਦਾਂ ਦੇ ਸਕਦਾ ਹੈ? ਇੱਕ ਅਸੀਂ ਛੋਟੇ ਹੁੰਦੇ ਕਹਾਣੀ ਪੜ੍ਹੀ ਸੀ, ਇੱਕ ਆਦਮੀ ਕਹਿਣ ਲੱਗਾ, ਲੈ ਉਹ ਜਿਹੜਾ ਹਰਨ ਭੱਜਿਆ ਜਾਂਦਾ ਤੈਨੂੰ ਦਿੱਤਾ, ਜਦੋਂ ਤਾਂ ਹੈ ਹੀ ਨਹੀਂ, ਉਹ ਦੇਵੇਗਾ ਕਿਵੇਂ? ਜਿਹੜੇ ਕਹਿੰਦੇ ਅਸੀਂ ਫਲਾਣੇ ਤੋਂ ਨਾਮਦਾਨ ਲੈਣ ਦਾ, ਜਦ ਉਸ ਨਾਮਦਾਨ ਦਾ ਮਾਲਕ ਹੀ ਨਹੀਂ, ਉਹ ਦੇ ਕਿਵੇਂ ਸਕਦਾ ਹੈ? ਮਹਾਰਾਜ ਸ਼ੇਰ ਸਿੰਘ ਜੀ ਦੇ ਵੇਲੇ ਹਰ ਕਿਸੇ ਸਿੱਖ ਨੇ ਨਾਮਦਾਨ ਦੀ ਦਾਤ ਮੰਗਣੀ ਹੁੰਦੀ ਸੀ, ਤੇ ਮਹਾਰਾਜ ਕਹਿ ਦਿਆ ਕਰਦੇ ਸਨ, ਬਈ ਤੁਸੀਂ ਕਰਨਾ ਕੀ ਹੈ? ਸਾਡੇ ਦਰਸ਼ਨ ਕਰਨੇ ਤੁਹਾਡੇ ਸਾਹਮਣੇ ਖੜੇ। ਭਾਈ ਨਾਮਦਾਨ ਦਾ ਮਾਲਕ ਤੇ ਅਕਾਲ ਪੁਰਖ ਹੈ। ਮਹਾਰਾਜ ਦੀ ਬਾਣੀ ਜਾਣਾ ਕਿ ਸੋਹਮ ਸ਼ਬਦ ਮੈਂ ਕੇਵਲ ਗੁਰੂਆਂ ਪੀਰਾਂ ਨੂੰ ਦਿੱਤਾ, ਕਿਸੇ ਨੂੰ ਨਹੀਂ ਦਿੱਤਾ। ਪਰ ਹੁਣ ਸਾਰੇ ਜਿਹੜੇ ਕਬੀਰ ਪੰਥੀ ਆ ਉਹ ਵੀ ਗਾਇਨ ਕਰਦੇ, ਰਵਿਦਾਸ ਪੰਥੀ ਉਹ ਵੀ ਗਾਇਨ ਕਰਦੇ ਆ, ਪਰ ਕੀ ਉਹਨਾਂ ਨੂੰ ਉਹ ਸ਼ਬਦ ਦਾ ਗਿਆਨ ਕਰਕੇ ਕੁਛ ਪ੍ਰਾਪਤ ਹੋਇਆ? ਜਿਹੜਾ ਮਾਲਕ ਨਹੀਂ, ਮੈਂ ਕਿਸੇ ਨੂੰ ਕਹਿ ਰਿਹਾ ਕੁਛ ਆ ਤੈਨੂੰ ਦਿੱਤਾ, ਜਿਹੜਾ ਮੇਰੇ ਕੋਲ ਹੈ ਨਹੀਂ, ਫਿਰ ਮੈਂ ਨਾਮਦਾਨ ਕਿੱਦਾਂ ਦੇ ਸਕਦਾ? ਇਸ ਲਈ ਸਾਨੂੰ ਨਾਮ ਦੀ ਦਾਤ ਸਤਿਗੁਰ ਪੂਰਨ ਸਿੰਘ ਨੇ ਦਿੱਤੀ, ਕਿਉਂਕਿ ਉਹਨਾਂ ਦੇ ਅੰਦਰ ਪਰਮੇਸ਼ਰ ਆਣ ਕੇ ਬਿਰਾਜਮਾਨ ਹੋ ਗਿਆ। ਹੁਣ ਮੈਂ ਸੁਣਿਆ ਕਈ ਜਗ੍ਹਾ ਦਿੱਤੇ ਸੰਗਤ ਦਿੰਦੀ ਹੈ, ਜਿਹਨਾਂ ਪਹਿਲਾ ਗ੍ਰੰਥ ਪੜ੍ਹਿਆ ਉਹ ਜਾਣਦੇ ਹੋਣਗੇ ਕਿ ਉਸ ਦੇ ਵਿੱਚ ਲਿਖਿਆ ਕਿ ਤੁਸੀਂ ਨਾਮ ਦੱਸ ਸਕਦੇ, ਦੇ ਨਹੀਂ ਸਕਦੇ। ਦੱਸਣਾ ਔਰ ਦੇਣਾ ਫਰਕ ਬੜਾ ਆ। ਕਿਸੇ ਨੂੰ ਕਹਿ ਦਿਓ ਕਿ ਨਾਮ ਆ ਜੋ ਸਤਿਗੁਰੂ ਸਾਨੂੰ ਦਿੱਤਾ, ਲੇਕਿਨ ਉਸ ਪ੍ਰਾਣੀ ਨੂੰ ਨਿਰੰਕਾਰ ਦੇ ਕੋਲੋਂ ਮੰਗਣਾ ਪਵੇਗਾ ਕਿ ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣਾ ਨਾਮਦਾਨ ਮੈਨੂੰ ਦਿਓ। ਕੋਈ ਕਿਸੇ ਨੂੰ ਦੇ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ ਹਨ, ਸਤਿਗੁਰ ਗੁਰ ਸਤਿਗੁਰ ਰੂਪ ਰਟਾਈਆ, ਦੇਵੇ ਨਾਮ ਮਣੀਆਂ ਮੰਤ। ਸਭ ਤੋਂ ਵੱਡੀ ਦਾਤ ਨਾਮ ਹੈ, ਉਹ ਸਤਿਗੁਰੂ ਦੇ ਸਕਦਾ, ਜਣਾ ਖਣਾ ਨਹੀਂ ਦੇ ਸਕਦਾ। ਦੇਵੇ ਨਾਮ ਮਣੀਆਂ ਮੰਤ ਹੈ, ਮੰਤ ਨਾਮ ਇੱਕ ਦਰੜਾਈਆ, ਤੇ ਉਹ ਕੇਵਲ ਸਤਿਗੁਰੂ ਨਾਮ ਦੇ ਸਕਦਾ। ਇਸ ਲਈ ਭਰਮ 'ਚ ਨਾ ਪੈਣਾ ਕਿ ਅਸੀਂ ਫਲਾਨੀ ਜਗ੍ਹਾ ਤੋਂ ਜਾ ਕੇ ਨਾਮਦਾਨ ਲਾਇਆ। ਕਈ ਲੋਕ ਮੈਨੂੰ ਕਹਿਣਗੇ ਜੇ ਅਸੀਂ ਗਏ ਸੀ ਫਲਾਨੀ ਜਗ੍ਹਾ ਗਏ ਸੀ ਉੱਥੋਂ ਨਾਮਦਾਨ ਲਾਇਆ। ਨਾਮਦਾਨ ਕੇਵਲ ਸਤਿਗੁਰੂ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਬੜੀ ਦੁਨੀਆ ਨਾਮ ਸਿਮਰਦੀ ਆ, ਸਿੱਧੀ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ। ਜੋ ਤੀਜੋ ਸਰੂਪਾਰ ਹੈ, ਆਪ ਆਪਣੀ ਕਿਰਪਾ ਕਰ ਕਰੇ ਖੇਲ ਬੇਪਰਵਾਹੀ ਆ। ਇਹ ਕੰਮ ਬੇਪਰਵਾਹ ਪਰਮਾਤਮਾ ਕਰਦਾ, ਕੋਈ ਜਣਾ ਖਣਾ ਨਹੀਂ ਕਰ ਸਕਦਾ। ਫਿਰ ਇਹ ਕਹਿ ਦੇਣਾ ਕਿ ਫਲਾਨਾ ਆਇਆ ਸੀ ਉਹ ਤੋਂ ਨਾਮ ਲੈ ਲਿਆ, ਫਲਾਨਾ ਆਇਆ, ਗਲਤ ਕਹਿੰਦੇ ਆ।
बेपरवाह गहर गुण सागर है। अगर तुसी 22वां ग्रंथ पढ़िया होगा, उसके अंदर मैं पाठ करता सी 5-4 दिन होया। कोई भी गुरु पीर जड़ा वो गुनाहों तो नहीं बच सकता, उगन करता है। उथे महाराज जी बाणी फरमान किया, गुरु के वैसे आनंदपुरी क्यों छड्डनी पई। उच भी उगन सन। महाराज शेर सिंह दे क्यों त्यागनी पई, उस दे भी उगन सन। जे असी कहिए कि असी सारे बिना उगना तो असी झूठ मारते हैं। दसम पातशाह नूं आनंदपुरी छड्ड के नंदेड़ जाके दे त्यागनी पै गई। महाराज शेर सिंह नूं दे त्यागनी पै गई जोत रूप होने लई। अगर सारे प्राणी महाराज पूर्ण सिंह तुल कोई नहीं, जेदे अंदर अकाल पुरुष ने आके डेरा ला दिया। अकाल पुरुष ने सर्वगुण स्वरूप तारिया, उन्हें कहा मेरे अंदर भी अवगुण सीगे। तो फिर हे गुरमुख जनो, स्वाय अकाल पुरुष तो किसी को शब्द की दात ना मंग लैनी, कोई दे नहीं सकता। शब्द की दात तो गुरु पीर भी नहीं दे सकते जिन्नी देर अकाल पुरुष हुक्म ना करे। महाराज कहते बेपरवाह गहर गुण सागर है, पार ब्रह्म बड़ी वडियाई यहाँ एक केवल सतगुर दे हथ आ, अकाल पुरुष दे हथ आ। ये नहीं जना खना गुरु बन के बैठ जाए तो कहते मैं एक कार्य कर सकता है। जन भगता निर्मल कर्म करे उजागर है। अगर चलो मैं आप जी को कहा, मेरे में तो हिम्मत नहीं। अगर मैं कहा तुसी किसी दे जो कर्म आ वो दस सकते कि ये पूरे जन्म की है। संत ये नहीं पता मैं घड़ी की करना है। ये समर्था केवल अकाल पुरख आ, वो कर सकता है। वो दस सकता कि कर्म के हो जाए। जन भगता निर्मल कर्म करे उजागर है, जुगा जगंतर सेव कमाइया। ये कर्म तो जुगा प्रमाण करता है। लेखा जाने काया सागर है। एक काया ते इतने कर्म कर दिया, इनू आप नूं नहीं पता कि मैं की कीता है। सागर मैंने समुद्र, ये ते संसार एक समुद्र है। संसार समुंदे तार गोबिंदे नामदेव का शब्द है। असी ये कर्म जो करते हैं ये इतने ज्यादा हम के सानू उसका पता नहीं लगता असी की कुछ कर रहे हैं। एक तारन की शक्ति केवल अकाल पुरख हो गया। असी जने खनिया नू गुरु बुला लिया, असी गलत कर लिया। जुगा जगंतर सेव कमाई यहाँ, लेखा जाने काया सागर है। पंचम बचोला, पंचम शब्द भी सदे। शब्द तारा वो विचोला हो सकता, दूजा विचोला नहीं हो सकता। पंचम विचोला सच्चा शहनशाही आ ते ओ शब्द की धार का मालक शहनशाह अकाल पुरख। ये दात उसने अपने लिए रखी
ਉਹ ਕਿਸੇ ਦੂਸਰੇ ਨੂੰ ਨਹੀਂ ਦਿੱਤੀ। ਤੇ ਫਿਰ ਨਾਮ ਵੰਜ ਕਰਾਏ ਸੱਚ ਸੁਦਾਗਰ ਹੈ। ਫਿਰ ਹਟਵਾਣਾ ਸੁਦਾਗਰ। अगर कहे मैं कोई सौदा खरीदना तो किसी उस दुकान पर चल जाए जिस दुकान पर सौदा बिकता ही नहीं गा, तो उन्हें सौदा नहीं मिलेगा। महाराज कहते नाम वंज, नाम देन दा वंज सच सुदागर परमात्मा करता है। ये ना क्यों कि जड़ा आया मैं उन्होंने कह दिया मैनू नाम दे जा, तू मेरा गुरु बन जा। नाम बन के केवल सच सुदागर ਜਿਹੜਾ ਸੱਚ ਦਾ ਵਪਾਰੀ ਆ, ਕੇਵਲ ਉਹ ਨਾਮ ਦੀ ਦਾਤ ਦੇ ਸਕਦਾ, ਦੂਸਰਾ ਨਹੀਂ ਦੇ ਸਕਦਾ। ਨਾਮ ਵੰਜ ਕਰਾਏ ਸੱਚ ਸੁਦਾਗਰ ਹੈ। ਹੱਟ ਹਟਵਾਣਾ ਇੱਕ ਖੁਲਾਈ ਆ, ਇੱਕ ਓਂਕਾਰ। ਇਹ ਸ਼ਬਦ ਦੀ ਦਾਤ ਦਾ ਹੱਟ ਚਲਾਉਣ ਵਾਲਾ ਸੁਦਾਗਰ ਇੱਕੋ ਇੱਕ ਪਰਮੇਸ਼ਰ ਆ। ਫਿਰ ਇਹ ਗੁਰਮੁਖ ਜਨੋ, ਅਸੀਂ ਮਹਾਰਾਜ ਪੂਰਨ ਸਿੰਘ ਜੀ ਤੋਂ ਬਾਅਦ ਅਸੀਂ ਇੱਕ ਇਹੋ ਜਿਹੀ ਖਾਈ 'ਚ ਡਿੱਗ ਪਏ ਜਿੱਥੇ ਅਸੀਂ ਸਮਝਿਆ ਕਿ ਸ਼ਾਇਦ ਪੰਜ ਤੱਤ ਕਈ ਹੋਣਗੇ ਜਿਹੜੇ ਸਾਨੂੰ ਨਾਮ ਦੀ ਦਾਤ ਦੇ ਦੇਣਗੇ। ਜੋ ਤੀਜੋ ਸਰੂਪ ਹਰ ਹੈ, ਆਪ ਆਪਣੀ ਕਿਰਪਾ ਕਰ ਹੈ, ਆਪ ਆਪਣੀ ਜੋਤ ਧਰ ਹੈ, ਜੋ ਕਰਤਾ ਵੇਸ ਵਟਾਈ ਆ। ਹੁਣ ਇੱਥੇ ਕਈ ਲੋਕ ਇਹ ਕਹਿੰਦੇ ਸੁਣੇ ਗਏ ਆ ਕਿ ਮਹਾਰਾਜ ਪੂਰਨ ਸਿੰਘ 'ਚ ਜਨਮ ਤੋਂ ਜੋਤ ਸੀ। ਇੱਥੇ ਮਹਾਰਾਜ ਕਹਿੰਦੇ ਆ ਜੋਤੀ ਜੋ ਸਰੂਪ ਹਰ, ਆਤਮਾ ਦਾ ਮਾਲਕ ਪਰਮਾਤਮਾ, ਉਸਨੇ ਮਾਤ ਲੋਕ ਅੰਦਰ ਆਪਣੀ ਜੋਤ ਆਪ ਧਰੀ ਆ। ਕਿਸੇ ਨੂੰ ਨਹੀਂ ਕਿਹਾ ਕਿ ਜੋਤ ਤੇਰੀ ਆ ਤੂੰ ਭਾਈ ਧਰ ਦੇ ਕਿਸੇ ਦੇ ਅੰਦਰ। ਜੋ ਕਰਤਾ ਵੇਸ ਵਟਾਈ ਆ, ਇਹ ਯੁੱਗਾਂ ਦਾ ਪਰਿਵਰਤਨ ਕਰਨ ਵਾਲਾ ਸਾਜੂ ਤੇਤਾ ਦਾ ਪ੍ਰਕਾਸ਼ ਜੋ ਉਹਨਾਂ ਦਾ ਪਰਿਵਰਤਨ ਕਰਨ ਵਾਲਾ ਅਕਾਲ ਪੁਰਖ, ਉਹ ਆਪਣਾ ਰੂਪ ਬਦਲ ਕੇ ਮਾਤ ਲੋਕ 'ਚ ਆ ਗਏ। ਅਸੀਂ ਹੁਣ ਕਿਸੇ ਨੂੰ ਕਹਾਂਗੇ ਕਿਸ ਨੇ ਰੂਪ ਬਦਲਿਆ? ਮਹਾਰਾਜ ਪੂਰਨ ਸਿੰਘ ਨੇ ਬਦਲਿਆ। ਮਹਾਰਾਜ ਪੂਰਨ ਸਿੰਘ ਦੇ ਅੰਦਰ ਉਦੋਂ ਰੂਪ ਬਦਲਦੇ ਸਨ ਜਿਸ ਵੇਲੇ ਉਹਨਾਂ ਦੇ ਅੰਦਰ ਜੋਤ ਪ੍ਰਕਾਸ਼ ਹੁੰਦੀ, ਨੇਤਰ ਮੁੰਦੇ ਜਾਂਦੇ, ਨਬਜ਼ਾਂ ਬੰਦ ਹੋ ਜਾਂਦੀਆਂ, ਫਿਰ ਉਹ ਤੁਰਦੀ ਬਾਣੀ ਦਾ ਗਾਇਨ ਕਰਦੇ। ਨਹੀਂ ਤਾਂ ਨਹੀਂ, ਅੱਗੋਂ ਪਿੱਛੋਂ ਸੰਸਾਰੀ ਜੀਵਾਂ ਵਕਰਾਂ ਵਿਚਰਦੇ ਸਨ। ਨਾਮ ਖਜ਼ਾਨਾ ਸ਼ਬਦ ਭਰਪੂਰ ਹੈ, ਜਿਹਨੂੰ ਅਸੀਂ ਨਾਮ ਦੀ ਦਾਤ ਸੱਦਦੇ ਹਾਂ, ਉਹ ਤੇ ਉਹਦੇ ਕੋਲ ਹੈ ਜਿਹਦੇ ਕੋਲ ਸ਼ਬਦ ਦਾ ਖਜ਼ਾਨਾ ਹੈ। ਬਥੇਰੇ ਆਉਂਦੇ ਇੱਥੇ ਆਪਣੇ ਆਪ ਨੂੰ ਗੁਰੂ ਕਹਿੰਦੇ ਹਨ, ਪੁੱਛੋ ਉਹਨਾਂ ਨੂੰ ਤੁਹਾਡੇ ਕੋਲ ਸ਼ਬਦ ਦਾ ਖਜ਼ਾਨਾ ਹੈ? ਇੱਕ ਵਾਰੀ ਦੀ ਗੱਲ, ਮੰਗਣੀ ਦੀ ਲਿਖਤ ਦੇ ਉੱਤੇ ਮਹਾਰਾਜ ਜੀ ਨੇ ਕੁਝ ਵਸਤੂਆਂ ਮੰਗਵਾ ਲਈਆਂ, ਲਿਖਤ ਹੋ ਗਈ। ਗਿਆਨੀ ਗੁਰਮੁਖ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਮਹਿੰਗੀਆਂ ਕਈ ਗਰੀਬ ਨਹੀਂ ਇਹਨਾਂ ਨੂੰ ਖਰੀਦ ਸਕਦੇ। ਉਸੇ ਤਰ੍ਹਾਂ ਮੰਗਣੀ ਹੋ ਜਾ ਕਰੇ, ਪੰਜ ਕਾਰੇ ਬੋਲਣ। ਪਾਤਸ਼ਾਹ ਹੀ ਕਹਿਣ ਲੱਗੇ ਗਿਆਨੀ ਜੀ ਮੈਂ ਇਹ ਨਹੀਂ ਕਰ ਸਕਦਾ। ਅਗਰ ਕੋਈ ਇੱਥੇ ਹੋਵੇ ਤੇ ਉਦੋਂ ਸਰਜੀਤ ਸਿੰਘ ਦੀ ਮੰਗਣੀ ਸੀ। ਮਹਾਰਾਜ ਕਹਿਣ ਲੱਗੇ ਮੈਂ ਗਿਆਨੀ ਜੀ ਇਹ ਨਹੀਂ ਕਰ ਸਕਦਾ। ਅਸੀਂ ਰੋਜ਼ ਆਏ ਦਿਨ ਕਲਮ ਫੇਰਦੇ ਹਾਂ। ਗਿਆਨੀ ਨੇ ਦੁਆਰਾ ਕਿਹਾ ਮਹਾਰਾਜ ਜੀ ਦਇਆ ਕਰੋ ਕਲਮ ਫੇਰ ਦਿਓ। ਫਿਰ ਮਹਾਰਾਜ ਕਹਿਣ ਲੱਗੇ ਗਿਆਨੀ ਜੀ ਮੈਂ ਇਸ ਬਾਣੀ ਤੇ ਕਲਮ ਨਹੀਂ ਫੇਰ ਸਕਦਾ। ਜਦੋਂ ਅਸੀਂ ਵੀ ਕਿਸੇ ਕੋਲੋਂ ਨਾਮਦਾਨ ਮੰਗਦੇ ਹਾਂ, ਕਿਸੇ ਦੇ ਅੱਗੇ ਹੱਥ ਅੱਡ ਕੇ ਖੜੇ ਹੁੰਦੇ ਹਾਂ, ਅਸੀਂ ਤੇ ਆਪਣੇ ਕਰਮ ਦੇ ਉੱਤੇ ਕਲਮ ਫੇਰ ਦਿੱਤੀ।
जब तीजी बार ज्ञानी हो रखा तो पातशाह कहने लगे, ज्ञानी जी मैं इस बाणी ते कर्म नहीं फेर सकता, संगत नूं छड्ड के जा सकता। फिर हुण असीं आप सोचीए कि असीं कई कर्म इहो जिहे करदे हां ਜਿਹੜੇ ਬਾਣੀ ਦੇ ਵਿਪਰੀਤ ਹਨ। ਕੀ ਫਿਰ ਸਾਡੇ ਕਰਮਾਂ ਦੇ ਉੱਤੇ ਜਿਹੜੇ ਅਸੀਂ ਕਹਿੰਦੇ ਭਗਤ ਹਾਂ, ਸੰਤ ਹਾਂ, ਸੱਚੇ ਪਾਤਸ਼ਾਹ ਲੀਕ ਨਹੀਂ ਫੇਰ ਦਿੰਦੇ? ਫਿਰ ਨਾ ਅਸੀਂ ਭਗਤ ਰਹਿ ਜਾਂਦੇ, ਨਾ ਹੀ ਸੰਤ ਰਹਿ ਜਾਂਦੇ ਹਾਂ। ਨਾਮ ਖਜ਼ਾਨਾ ਸ਼ਬਦ ਭਰਪੂਰ, ਨਾਮ ਉਹ ਦੇ ਸਕਦਾ ਜਿਹਦੇ ਕੋਲ ਸ਼ਬਦ ਦੀ ਦਾਤ ਆ। फिर ये कह देना कि मैं फलाने था नाम लैन का, फलाने था तो नाम लैन का गलत देंदे हो। गुर सतगुर आप वरताए रहा ते जना खना नाम दे भी नहीं सकता। महाराज शेर सिंह जी के वेले जे किसी सिख ने कहा सच्चे पातशाह नाम की दात बख्शो, कहना करना की है, कहना आप जी दर्शन तो कहना तेरे सामने खड़े हैं असीं, तैनूं होर की चाहिदा? तृप्ति ना होवे, चल जाना पैनूं, फिर चल जाना, फिर जाके बेनती करनी, फिर भी दूजी तीजी बारी कहना अच्छा चाचा जी, महाराज चाचा जी का नाम बाबा रंगा सिंह सीगा, कहना चाचा जी ने साडा नाम दस दो। आप फिर भी नहीं दसना। हे गुरमुख जनों, असी नाम पैन लै लिया, ये बच्चों का खिलौना नहींगा, ये अकाल पुरख की दात, जिन्हों चाहे देवे, जिन चाहे ना देवे। सतगुर आप वरताए दा आज जुगाद हाजर हजूर है। कि असी समझे कि हमारे पुरुष चले गए, हुण असी नाम नहीं लै सकते, वो तो सदा रहिंदा है। आज जुगाद हाजर हजूर है, जुग जो खेल खिलाइया खिलाए रहा। गुरमुखा आसा मनसा करे पूर। फिर नाम मंगण लई सानू पातशाह जी कोई शर्तां लातियां। शर्त पहली लाई, गुरमुख बनो। असी हाँ गुरमुख, गुरमुख की परिभाषा तो है कि जिससे रसना तो हर वेले सच्चे पातशाह जी का नाम निकले। क्या असी इहो जिहे बन गए हैं? गुरमुखा आसा मनसा करे पूर है, पर असी रोज ही बड़ा कुछ मंगते महाराज जी तो। नामदान भी मंगते हैं, नामदान मिल जाता, गलत कहने जाके खड़े हो जाते हैं हर बाणी के अगे, सच्चे पातशाह नामदान दो। भाई नामदान देने की सच्चे पातशाह कोई कसौटी भी तो रखी आ कि उस तरह नामदान मंग लिया तो मिल जाऊगा। कसौटी पातशाह कहते हैं गुरमुखा आसा मनसा करे पूर है। किहड़ी साडे मन दे तितनियां बलबले उठदे आ, आसा मनसा उपदियां आ, पर महाराज कहते साची पिछया झोली पाई आ। ये सच्ची पिछया होंदी है। हे गुरमुख जनों, ये कह रहे सच्चे पातशाह में नामदान दो, साची पिछया नहीं है वो मिलेगी, क्योंकि असी हृदयों नहीं मंगी वो दात। जिन्ना चिकर हृदयों नहीं मंगांगे अकाल पुरख शब्द की दात नहीं देंगे, और मंगनी भी पेगी अकाल पुरख को। और जिवें पहला क्या, पहला गुरमुख बनो। गुरमुख कौन है? अगर विद्वाना का विचार लईए, जिहदे अंदरों फुरने बंद हो जाना उन्होंने गुरमुख कहते हैं। असी कुछ गल करिए मन के अंदर,
ਉਹਦੇ ਨਾਲ 50 ਫੁਰਨੇ ਹੋਰ ਖੜੇ ਹੁੰਦੇ ਆ। ਜਿਸ ਨੇ ਫੁਰਨੇ ਮਾਰ ਲਏ ਉਸਨੇ ਆਪਣੇ ਆਪ ਨੂੰ ਜੀਂਦੇ ਜੀ ਮਾਰ ਲਿਆ। ਜਿਸ ਨੇ ਆਪਣੇ ਆਪ ਜੀਂਦੇ ਜੀ ਮਾਰ ਲਿਆ ਉਹਦੇ ਅੰਦਰ ਸੱਚੀ ਆਸ਼ਾ ਉਪਜਦੀ ਆ। ਜੇ ਕਹੀਏ ਕਿ ਮੇਰੇ ਮਨ 'ਚ ਫੁਰਨੇ ਵੀ ਆਉਂਦੇ ਰਹਿਣ ਇੱਧਰ ਉੱਧਰ ਦੇ, ਕਾਮ ਕਰੋ ਲੋਭ ਹੰਕਾਰ ਛੱਡਦਾ ਨਹੀਂ ਕਿਸੇ ਨੂੰ ਵੀ। ਕੀ ਅਸੀਂ ਸਿੱਖ ਬਣ ਗਏ, ਗੁਰਮੁਖ ਬਣ ਗਏ, ਜਾਂ ਅਸੀਂ ਸਿਰਫ ਲੋਕਾਂ ਦੇ ਬਹਿਕਾਵੇ ਧਿਆਨ ਕੇ ਅਸੀਂ ਕਹਿੰਦੇ ਕਿ ਅਸੀਂ ਸਿੱਖ ਬਣ ਗਏ ਹਾਂ। ਜਿੰਨਾ ਚਿਰ ਸਾਡੇ ਮਨ 'ਚ ਫੁਰਨੇ ਜਿਹੜੇ ਉਪਜਦੇ ਆ ਉਹ ਬੰਦ ਨਹੀਂ ਹੁੰਦੇ, ਅਸੀਂ ਗੁਰਮੁਖ ਨਹੀਂ ਬਣ ਸਕਦੇ। ਔਰ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਉਹਨੂੰ ਕੀ ਕਰਨਾ ਪਏਗਾ, ਉਹਨੂੰ ਨਾਤਾ ਤੋੜੇ ਕੂੜੋ ਕੂੜ ਹੈ। ਕੀ ਅਸੀਂ ਝੂਠ ਕੂੜ ਦੇ ਨਾਲ ਨਾਤਾ ਤੋੜ ਲਿਆ? ਬੜਾ ਕਠਿਨ ਹੈ, ਇਹ ਨਾਤਾ ਟੁੱਟਦਾ ਨਹੀਂਗਾ। ਅਗਰ ਨਾਤਾ ਨਹੀਂ ਟੁੱਟਦਾ ਨਾਮਦਾਨ ਨਹੀਂ ਮਿਲੇਗਾ। ਅਸੀਂ ਸੱਚ ਦੇ ਧਾਰਨੀ ਬਣ ਗਏ ਹਾਂ ਜਾਂ ਅਸੀਂ ਕੇਵਲ ਝੂਠ ਹੀ ਹਜੇ ਤੱਕ ਵਿਆਜਿਆ ਹੈ। ਅਗਰ ਅਸੀਂ ਝੂਠ ਹੀ ਬੋਲਦੇ ਰਹੇ ਤੇ ਕੀ ਅਸੀਂ ਸਿੱਖ ਬਣੇ? ਸਾਨੂੰ ਦਾਤ ਮਿਲ ਜਾਏਗੀ। ਮਹਾਰਾਜ ਕਹਿੰਦੇ ਨਾਤਾ ਤੋੜੇ ਕੂੜੋ ਕੂੜ ਹੈ। ਫਿਰ ਉਹ ਨਾਤਾ ਟੁੱਟਦਾ ਕਿੱਦਾਂ? ਮਹਾਰਾਜ ਕਹਿੰਦੇ ਸਾਚਾ ਮਾਰਗ ਇੱਕ ਵਿਖਾਏ ਰਹਾ। ਸੱਚਾ ਮਾਰਗ ਸਾਨੂੰ ਸੱਚੇ ਪਾਤਸ਼ਾਹ ਦੱਸਿਆ ਸੋ ਸੋ। ਤੂੰ ਮੇਰਾ ਮੈਂ ਤੇਰਾ। ਅਸੀਂ ਉਸ ਨਿਰਗੁਣ ਨਿਰੰਕਾਰ ਦੇ ਬਣ ਗਏ ਹਾਂ ਜਾਂ ਹਜੇ ਵੀ ਅਸੀਂ ਮੂਰਤੀਆਂ ਦਾ ਪੂਜਨ ਕਰਦੇ ਹਾਂ? ਜਦ ਕਿ ਮਹਾਰਾਜ ਦਾ ਹੁਕਮ ਹੈ ਮੈਂ ਪੂਜਨ ਨਹੀਂ ਦੇਣੀ ਕਿਸੇ ਨੂੰ ਕੋਈ ਮੂਰਤੀ। ਕਿਸੇ ਵੀ ਪ੍ਰਾਣੀ ਨੂੰ ਹੱਕ ਨਹੀਂ ਕਿ ਉਹ ਮੂਰਤ ਪੂਜੇ। ਫਿਰ ਵੀ ਅਸੀਂ ਮੂਰਤੀਆਂ ਪੂਜਦੇ ਹਾਂ। ਮਹਾਰਾਜ ਕਹਿੰਦੇ ਇਹ ਸੱਚਾ ਮਾਰਗ ਤੇ ਨਹੀਂ ਆ। ਸੱਚਾ ਮਾਰਗ ਆਤਮ ਪਰਮਾਤਮਾ ਦਾ ਰਿਸ਼ਤਾ ਹੈ। ਅਸੀਂ ਉਸ ਮਾਰਗ ਤੇ ਚੱਲੇ ਹੀ ਨਹੀਂ ਗਏ। ਸਾਚਾ ਮਾਰਗ ਇੱਕ ਵਿਖਾਏ ਰਹਾ। ਜਿਸ ਜਨ ਬਖਸ਼ੇ ਚਰਨ ਧੂੜ ਹੈ। ਕਈ ਲੋਕ ਦੇਖੇ ਆ ਗੁਰਦੁਆਰੇ ਭਗਦੁਆਰ ਮੰਦਿਰਾਂ ਜਾਂਦੇ ਆ, ਉਹ ਲੋਕਾਂ ਦੀਆਂ ਜੁੱਤੀਆਂ ਜਿਹੜੀਆਂ ਚੱਕਣਗੇ ਮੱਥੇ ਨੂੰ ਲਾਉਣਗੇ ਰੁਮਾਲ ਜਾਂ ਕੱਪੜੇ ਦੇ ਨਾਲ, ਉਹਦੇ ਉੱਤੋਂ ਕੱਟਾ ਝਾੜਨਗੇ। ਪਰਮੇਸ਼ਰ ਜਿਹੜਾ ਉਹ ਜੋੜਾ ਪਾਉਂਦਾ ਹੈਗਾ। ਫਿਰ ਉਹਦੀ ਚਰਨ ਧੂੜ ਕਿਹੜੀ ਹੋਈ? ਜਿਹੜਾ ਨਿਰੰਕਾਰ ਆ ਨਿਰਾਕਾਰ ਆ ਉਸ ਦੀ ਚਰਨ ਧੂੜ ਕਿਹੜੀ ਆ? ਉਹਦੀ ਚਰਨ ਧੂੜ ਤਾਂ ਸ਼ਬਦ ਆ। ਅਸੀਂ ਸਰਦਨਾ ਤੋਂ ਜਾਣ ਕੇ ਮੱਥੇ ਟੇਕਦੇ ਹਾਂ, ਧੂੜੀ ਲਾਉਂਦੇ ਮਸਤਕ ਨੂੰ। ਲੇਕਿਨ ਪਰਮੇਸ਼ਰ ਜਿਹੜਾ ਉਹਦੇ ਚਰਨ ਕਿਹੜੇ ਆ? ਉਹਦੇ ਚਰਨ ਗੁਰਮੁਖੋ ਉਹਦਾ ਸ਼ਬਦ ਆ। ਕਦੀ ਸ਼ਬਦ ਦੀ ਵਿਚਾਰ ਕੀਤੀ ਅਸੀਂ ਬੈਠ ਕੇ? ਮਹਾਰਾਜ ਕਹਿੰਦੇ ਜਿਸ ਚਰਨ ਬਖਸ਼ੇ ਚਰਨ ਧੂੜ ਹੈ। ਜਨਮ ਜਨਮ ਦੀ ਅਸੀਂ ਧੂੜ ਦੇ ਸਕਦੇ ਮਿੱਟੀ ਨੂੰ। ਜੁੱਤੀਆਂ ਤੋਂ ਝਾੜ ਕੇ ਆਪਣੇ ਮੱਥੇ ਨੂੰ ਲਾ ਦੇ। ਮਹਾਰਾਜ ਕਹਿੰਦੇ ਨਹੀਂ, ਜਨਮ ਜਨਮ ਦੀ ਦੁਰਮਤ ਮਹਿਲ ਮਟਾਏ ਰਹਾ। ਉਹਨੂੰ ਚਰਨ ਧੂੜ ਮਿਲੀ ਜਿਹਨੇ ਦੁਰਮਤ ਹਟਾਤੀ, ਆਪਣੇ ਹਿਰਦੇ ਚੋਂ ਕੱਢ ਦਿੱਤੀ। ਅਸੀਂ ਦੁਰਮਤ ਬੁਰੇ ਵਿਚਾਰ ਇਹਨਾਂ ਨੂੰ ਤਿਆਗ ਦਿੱਤਾ।
नहीं त्याग्या तो सानू नाम नहीं मिलेगा। जिन्ना मर्जी असी खड़े हो गए, चाहे हरबाणी दे अगे, चाहे गुरु ग्रंथ साहब दे अगे खड़े हो गए, मूर्तियां दे अगे खड़े हो गए, किन्ने तरले कर लो, नाम नहीं मिलेगा गुरमुखो जितनी देर अपने अंदरों दुर्मत नहीं त्यागोगे। दुर्मत मैल मिटाए रहा, दर्श दिखाए दाता सूर है। जिन्ना चक्कर मैल नहीं गया मन चो, असी आए दिन कर लड़ते हैं, संगत नूं बुरा भला कहने हैं, ते जिहड़ा इस तो नहीं बचदा उन्होंने उस सूरबीर अकाल पुरख का दर्शन नहीं होगा। कई लोग कहते सन दर्शन हो गए, कई लोग कहते सी सच्चे पातशाह साडे आए मेरे वर्कशॉप, उत्थे उन्होंने गड्डी के टायरों का निशान रह गया। पता नहीं क्या मस्तानी बरती की कुछ कह जाते लोग। सूरबीर अपना बल धराए रहा, फिर सच्चे पातशाह दर्शन उन्होंने दिंदे जिन्हें मन की दुर्मत मिटा दी। क्या असी दुर्मत मिटाई बैठे सारे? असी एक दूजे नाल बुग़्ज़ कीना साडे मन दे विच आ, ते फिर असी सिख नहीं बन सकते, सानू नाम की दात नहीं मिल सकती। यही कारण आ जिंदी 84 आ, जे 4 युगां 18 भगत बने जिन्हें दुर्मत दवाई है। वो दुर्मत कौन दवाउण होया सी? अजामल होया, बकरे बढ़दा सी, कसाई सीगा, गणका सी, पाप करदी सी। पर अंत समय जिस वेले सप डस गया फिर भी राम राम ही कहती रही। उस वेले उन्होंने अपना कर्म भुल गया, केवल राम चेते रह गया। तो फिर हे गुरमुख जनो, जे असी कहिए सानू दात मिल जाएगी शब्द की, असी झूठ मारते हैं। जितनी देर ये जगत का पूरा रिश्ता असी उन्होंने त्यागते नहीं, तब तक सानू नाम की दात भी नहीं मिलेगी। ज्योति जो स्वरूप हर है, आप अपनी कृपा कर है, जुगा जगंतर खेल खिलाए रहा, खेल वलड़ा बेपरवाह, आज जुगाद कराए रहा, निर्गुण निर्वैर। असी कहने ना अपने बुरा बना लिया, हमारे कहते निर्गुण निर्वैर निर्वैर बन मलाह। असी तो पहली गल असी फोटों को अपना मलाह बना लिया। फोटा रखो, मत्था टेको और बेड़ा पार हो जाए। जे ਉਹਦੇ ਨਾਲ नहीं सजा, कई बार देखी तो पलंघां दे उत्ते फोटो पई हुंदी आ, ते कोई गुरप्रसाद का जी आ जाते फोटो वाल नूं कंड करके असी ਉਹਨੂੰ मत्था टेकन तुर पैंदे आ कि ਉਹਦੇ ਨਾਲ साडा कल्याण हो जाएगा। असी इसलिए इकट्ठे होंगे, एकत्र होंगे कि असी जन्म मरण तो मुक्त हो जाइए। पर महाराज कहते हैं निर्गुण निर्वैर बन मला। असी उस निर्गुण जोत निर्वैर जिसका किसी नाल वैर नहीं, असी वो जोत जिहड़ी किसी नाल वैर नहीं रखती, असी उन्होंने तो अपना इष्टदेव बनाया नहीं गा। साडा इष्टदेव बनया 5 तत्थ। और जिहदी मैं गल की कि 22वें ग्रंथ के अंदर आ कि 10वें पातशाह औगण तो मुक्त नहीं हो पाए, उन्होंने अनंतपुर छड्डना पिया और नंदेड़ जाके देह त्याग दी। महाराज शेर सिंह औगण रहत नहीं होए, इसलिए उन्होंने देह त्यागनी पई और जो स्वरूप हो गए। फिर जो स्वरूप होके
ਅਸੀਂ ਔਗਣਾ ਤੋਂ ਬਚ ਸਕਦੇ ਹਾਂ ਜੇ ਅਸੀਂ ਕਹੀਏ ਕਿ ਇਹ ਦੇਹਾਂ ਕਰਕੇ ਅਸੀਂ ਬਚ ਜਾਵਾਂਗੇ, ਗਲਤ ਕਹਿੰਦੇ ਹਾਂ। ਫਿਰ ਅਕਾਲ ਪੁਰਖ ਕੇ ਤਰਲਾ ਮਾਰੋ, ਹੇ ਸੱਚੇ ਪਾਤਸ਼ਾਹ ਸਾਡੇ ਅੰਦਰੋਂ ਇਹ ਕੂੜ ਦਾ ਵਿਵਹਾਰ ਕਿਸ ਨੂੰ ਖੂੰਜਦੇ। ਲੋਕ ਮਾਤ ਵੇਸ ਵਟਾਏ ਰਹਾ, ਭਗਤ ਭਗਵੰਤ ਲੈ ਉਠਾ। ਭਗਵੰਤ ਕੇਵਲ ਭਗਤਾਂ ਦਾ ਬੇੜਾ ਪਾਰ ਕਰੇਗਾ। ਭਗਤ ਕੌਣ ਆ? जिसने कूड़ का रिश्ता त्याग दिता है। और असी देखते हैं झगड़ा भी मेरे नाल इहो रहिंदा है कि ये जोत की क्यों गल करदा। ਇਹ जोत तो बिना साडा कल्याण हो ही नहीं सकता। मनुष्य जन्म मिलिया आ, मनुष्य जन्म दे विच इक्को एक साडा लक्ष्य हुंदा कि सानू मुड़ के जन्म ना मिले, सचखंड चल जाइए। ਉਹਦਾ कल्याण ते महाराज कहते हैं भगत भगवंत लै उठा। असी गुरु कौन मान लिया? असी पंच तत्व मान लिया। जिस पंच तत्व महाराज ने आख्या शरीर सतगुरु नहीं, वो तो महाराज पूर्ण सिंह चलो उन्होंने अंदर अकाल पुरख की जोत प्रकाश से। ਹੁਣ ਇਸ ਬਾਣੀ ਵਿੱਚ ਕਿਹਾ ਕਿ ਕਿਸੇ ਦੇ ਅੰਦਰ ਸ਼ਬਦ ਦੀ ਤਾਰ ਨਹੀਂ, ਗੁਰੂ ਨਹੀਂ। ਅਸੀਂ ਉਹਨਾਂ ਨੂੰ ਵੀ ਗੁਰੂ ਮੰਨ ਲਿਆ। ਇੱਥੇ ਕਦੀ ਮੈਂ ਸੁਣਿਆ ਸੀਗਾ ਕਿ ਕਿਸੇ ਨੇ ਗੱਲ ਕਹੀ ਸੀ ਕਿ ਅਟਾਲਸੀ ਦੇ ਵਿੱਚ ਸਤਿਗੁਰੂ ਫਿਰਦਾ ਆ, ਅਟਾਲਸੀ ਵਾਲੇ ਨੂੰ ਖਬਰ ਨਹੀਂ। ਹੁਣ ਵੀ ਇੱਦਾਂ ਹੁੰਦੀ ਆ। ਮਹਾਰਾਜ ਕਹਿੰਦੇ ਹਨ ਕੇਵਲ ਭਗਵੰਤ ਅਕਾਲ ਪੁਰਖ ਨਿਰਗੁਣ ਨਿਰੰਕਾਰ ਉਹ ਕਲਿਆਣ ਕਰ ਸਕਦਾ ਹੈ। ਭਗਤ ਭਗਵੰਤ ਲੈ ਉਠਾ। ਕਿਉਂ? 184 ਫੁੱਲ ਫਲਾਇੰਦਾ। ਜਣੇ ਖਾਣਾ ਭਗਤ ਨਹੀਂ ਬਣ ਜਾਏਗਾ। ਹੁਣ ਅਸੀਂ ਵੀ ਇੱਥੇ ਬੈਠੇ ਹਾਂ, ਅਸੀਂ ਸਾਰੇ ਆਪਣੇ ਆਪ ਨੂੰ ਭਗਤ ਸੱਦਾਂਗੇ, ਕੂੜ ਦਾ ਵਿਵਹਾਰ ਕਰੀਏ, ਦੂਜਿਆਂ ਨੂੰ ਅਸੀਂ ਬੁਰੀ ਦ੍ਰਿਸ਼ਟੀ ਨਾਲ ਦੇਖੀਏ, ਨਹੀਂ ਮਾਰੇ ਮਦਦ ਨਹੀਂ ਕਰਨਗੇ। ਫਿਰ 184 ਦਾ ਇਹ ਕਰਮ ਕੀ ਕਰਦਾ? ਪਰਮਾਤਮਾ ਇਹ ਦੇਖਦਾ ਆ, ਫਿਰ ਕਰਮ ਦਾ ਮੁੱਲ ਪਾਉਂਦਾ ਆ। कर्म का मल पाएगा, देखेगा भगत कौन है। असी भगत बने भी हैं कि नहीं बने? भगत वो बने जिन्होंने सतगुरु पूर्ण सिंह जी ने भरी संगत आख्या तुसी वो भगत जे जिन्होंने परमेश्वर ने बनाया। फिर बाणी जा मैं जिन्ने इकट्ठे करने सी कर रहे। ਹੁਣ ਜਿਹੜੇ ਉਸ ਦਿਨ ਤੋਂ ਬਾਅਦ ਆਏ ਸ਼ਰਨ ਆਏ, ਉਹਨਾਂ ਨੂੰ ਇਹ ਮਾਰਗ 'ਤੇ ਚੱਲਣਾ ਪਵੇਗਾ। ਜੇ ਕਹਦੀ ਅਸੀਂ ਭਗਤ ਬਣ ਗਏ ਹਾਂ ਤੇ ਹੁਣ ਨਾ ਮਹਾਰਾਜ ਪੂਰਨ ਸਿੰਘ ਆਵੇ ਤਾਂ ਨਾ ਕਹੇਗਾ ਕਿ ਇਹ ਜਿੰਨੇ ਵੀ ਹਨ ਇਹ ਉਹ ਭਗਤ ਹਨ ਜਿਹਨਾਂ ਨੂੰ ਪਰਮੇਸ਼ਰ ਨੇ ਬਣਾਇਆ। ਤੇ ਮਹਾਰਾਜ ਆਖਦੇ ਹਨ ਹੇ ਗੁਰਮੁਖ ਜਨੋ 184 का कर्म फोल के आखेगा कि भगत कौन है कौन नहीं। लख 84 फूल फलाए रहा। फिर शब्द अगमी दे सलाह। ये नहीं कह के मूर्तियां पूज लो। बाणी की सलाह दी कि बाणी की कहती है, नहीं तो असी नहीं जान सकांगे भगत कौन है। महाराज कहते हैं शब्द अगमी दे सलाह। किथे आप इस घर बैठे हैं, कहने संगत बैठी है,
ਸਾਰੇ ਅਸੀਂ ਭਗਤ ਹੈਗੇ ਆ। ਮੈਂ ਬੋਲਦਾ, ਤੁਸੀਂ ਸੁਣਦੇ ਆ, ਇਸ ਤੋਂ ਅੱਗੇ ਕੁਛ ਨਹੀਂ ਹੈ। ਜਦ ਕਿ ਹੋਣਾ ਇਹ ਚਾਹੀਦਾ ਆ, ਸ਼ਬਦ ਅਗੰਮੀ ਦੇ ਸਲਾਹ, ਇਹ ਤੇ ਆਖਿਆ ਨਹੀਂ ਗਾ ਵੇ ਹਜ਼ੂਰ ਸਿੰਘ ਦੇ ਘਰ ਚਲੋ, ਇੱਥੇ ਰੱਬ ਮਿਲ ਜਾਊਗਾ ਨਾ। ਮਹਾਰਾਜ ਕਹਿੰਦੇ ਹਨ ਸਾਚੇ ਮੰਦਰ, ਸਾਚਾ ਮੰਦਰ ਤੇ ਆਤਮਾ ਘਰ ਆ। ਤੁਸੀਂ ਮੇਰੀ ਆਵਾਜ਼ ਸੁਣੀ, ਮੈਂ ਅੱਖਰ ਪੜ੍ਹੇ। ਕਿਆ ਕਿਸੇ ਨੇ ਇਹ ਵੀ ਸੋਚਿਆ ਕਿ ਅਸੀਂ ਸੱਚੇ ਮੰਦਰ 'ਚੋਂ ਵੀ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਮੈਨੂੰ ਨਾਮਦਾਨ ਦਿਓ? ਅੰਤਰ ਆਤਮਾ ਕਿਸੇ ਨੇ ਸੱਚੇ ਪਾਤਸ਼ਾਹ ਤੋਂ ਮੰਗਿਆ, ਭਾਵੇਂ ਤੁਸੀਂ ਲੱਖ ਆਖਿਓ, ਅਸੀਂ ਕਿਹਾ ਜੇ। ਮਹਾਰਾਜ ਕਹਿੰਦੇ ਆ ਸਾਚੇ ਮੰਦਰ ਆਪ ਸੁਹਾਏ ਰਹਾ। ਇੱਥੇ ਆਏ ਮੱਥਾ ਟੇਕ ਲਿਆ, ਬਾਣੀ ਕੋਈ ਐਰਾ ਗੈਰਾ ਆ ਗਿਆ, ਉਹਨੂੰ ਮੱਥਾ ਟੇਕ ਲਿਆ। ਮਹਾਰਾਜ ਕਹਿੰਦੇ ਸਾਚੇ ਮੰਦਰ ਆਪ ਸੁਹਾਏ ਦਾ। ਉਹ ਸੋਭਾਵੰਤ ਕਿੱਥੇ ਵਸਦਾ? ਜਿਹਦੇ ਕੋਲੋਂ ਅਸੀਂ ਮੰਗਣੀ ਆ, ਉਹ ਤੇ ਆਤਮਾ ਘਰ 'ਚ ਵਸਦਾ ਹੈ। ਅਸੀਂ ਬਾਹਰ ਦੇ ਲੱਭਦੇ ਫਿਰਦੇ ਹਾਂ। ਸਾਚੇ ਮੰਦਰ ਆਪ ਸੁਹਾਏ ਰਹਾ, ਗਰੀਬ ਨ ਮਾਣਿਆ ਪਕੜੇ ਵਾਹ। ਮੇਰਾ ਮਤਲਬ ਇਹ ਨਹੀਂ ਕਿ ਗਰੀਬ ਨੂੰ ਸੱਦੇ ਜਿਹਦੇ ਘਰ ਰੋਟੀ ਖਾਣ ਨੂੰ। ਗਰੀਬ ਉਹ ਜਿਹੜਾ ਮਸਕੀਨ ਬਣ ਗਿਆ, ਜਿਹੜਾ ਸਤਿਗੁਰ ਦੇ ਅਧੀਨ ਹੋ ਗਿਆ। ਪਕੜੇਵਾ ਸਿਰ ਆਪਣਾ ਹੱਥ ਟਿਕਾਏ ਰਹਾ, ਸਦਾ ਸਹੇਲਾ। ਉਹ ਸੱਚੇ ਪਾਤਸ਼ਾਹ ਸਦਾ ਹੀ ਸਿੱਖਾਂ ਦਾ ਸਹੇਲਾ ਮਿੱਤਰ ਬਣਦਾ ਹੈ। ਬਹੁਤ ਸਾਰੇ, ਚਲੋ ਬਾਰ ਆਉਂਦੀ ਆ, ਮੈਂ ਥੋੜ੍ਹੀ ਜਿਹੀ ਗੱਲ ਕਹਿਣਾ। ਸਾਡੇ ਵੀ ਕਈ ਗੁਰੂ ਬਣ ਗਏ। ਕਿਆ ਇਸ ਕਸੌਟੀ ਤੇ ਕੋਈ ਪੂਰਾ ਉਤਰਦਾ? ਝੂਠ ਛੱਡ ਦਿੱਤਾ ਸਾਂ, ਮੇਰੇ ਤੋਂ ਨਹੀਂ ਛੁੱਟਿਆ। ਮੈਂ ਬੋਲਦਾ ਝੂਠ, ਕਿਉਂਕਿ ਮੈਂ ਤੁਸਾਂ ਨੂੰ ਅੱਖਰਾਂ ਨਾਲ ਭਰਮਾ ਰਿਹਾ ਜੀ। ਹੁਣ ਆਈ ਪੰਕਤੀ ਕਿਹਾ ਤਾਂ ਪਰਮਾਤਮਾ ਅੰਦਰ ਵਸਦਾ ਹੈ, ਪਹਿਲਾਂ ਕਿਉਂ ਨਹੀਂ ਕਿਹਾ? ਮਹਾਰਾਜ ਕਹਿੰਦੇ ਹਨ ਸ਼ਬਦ ਅਗੰਮੀ ਦੇ ਸਲਾਹ। ਹੇ ਗੁਰਮੁਖ ਜਨੋ, ਘਰ ਬਾਣੀ ਪੜ੍ਹਿਆ ਕਰੋ। ਬਾਣੀ ਪੜ੍ਹ ਕੇ ਜੋ ਬਾਣੀ 'ਚ ਲਿਖਿਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਉਂ ਅਸੀਂ ਇਹ ਕਰਦੇ ਹਾਂ? ਕਿੰਨੇ ਕੁ ਅਸੀਂ ਬਾਣੀ ਪੜ੍ਹਦੇ? ਇਸ ਮਤਲਬ ਕਿ ਬਾਣੀ ਦੇ ਅੰਦਰ ਮਹਾਰਾਜ ਨੇ ਆਖਿਆ ਕਿ ਫਰਮਾਨ ਕੀ ਕੀਤਾ ਹੈ? ਸਦਾ ਸਹੇਲਾ ਸਿਰ ਰੱਖੇ ਠੰਡੀ ਛਾਂ। ਸਮਰੱਥ ਪੁਰਖ ਮੈਨੂੰ ਇੱਕ ਸਿੱਖ ਕਹਿਣ ਲੱਗਾ, ਕਹਿੰਦਾ ਜੀ ਪਰਮ ਪੁਰਖ ਕੌਣ ਹੁੰਦਾ ਹੈ? ਉੱਥੇ ਉਹਨੇ ਪੰਕਤੀ ਸੁਣਾਈ ਮੈਨੂੰ ਕਿ ਨੰਬਰਦਾਰ ਪ੍ਰੀਤ ਸਿੰਘ ਨੂੰ ਸੱਚੇ ਪਾਤਸ਼ਾਹ ਆਖਿਆ, ਅਸੀਂ ਇਹਨੂੰ ਪਰਮ ਪੁਰਖ ਬਣਾਤਾ। ਤੁਹਾਡੇ ਵੀ ਸਾਰਿਆਂ ਨੇ ਮੈਂ ਜਾ ਕੇ ਪਰਮ ਪੁਰਖ ਨੂੰ ਤੁਹਾਡੇ ਵੀ ਮਨ 'ਚ ਆਇਆ ਪਰਮਾਤਮਾ ਦਾ। ਕੀ ਨੰਬਰਦਾਰ ਪ੍ਰੀਤ ਸਿੰਘ ਪਰਮਾਤਮਾ ਸੀਗਾ? ਪਰਮ ਪੁਰਖ ਸਰੇਸ਼ਟ ਪੁਰਖ ਨੂੰ ਵੀ ਸੱਦਦੇ ਆ ਤੇ ਪਰਮ ਪੁਰਖ ਪਰਮਾਤਮਾ ਨੂੰ ਵੀ ਸੱਦਦੇ ਆ। ਅਸੀਂ ਜੇ ਕਹੀਏ ਕਿ ਇੱਕ ਸ਼ਬਦ ਇੱਕੋ ਹੀ ਅਰਥ ਆ, ਨਹੀਂ। ਬਾਣੀ ਦੇ ਅੰਦਰ ਕਈ ਉਸੇ ਅਰਥ ਹੈਗੇ ਆ। ਮਹਾਰਾਜ ਕਹਿੰਦੇ ਸਮਰੱਥ ਪੁਰਖ, ਆਪਣੀ ਦਾ ਸਮਰੱਥ, ਜਿਹੜਾ ਹਰ ਵਸਤੂ ਹਰ ਕਰਮ ਕਰਨ ਦੇ ਯੋਗ ਆ, ਹਰ ਕਰਮ ਕਰ ਸਕਦਾ ਆ, ਉਹਨੂੰ ਸੱਦੇ ਸਮਰੱਥ ਪੁਰਖ। ਉਹ 'ਚ ਸਮਰੱਥਾ ਆ, ਉਹ ਜੋ ਚਾਹੇ ਕਰ ਸਕਦਾ ਆ।
ਸਮਰੱਥ ਪੁਰਖ ਆਪਣੀ ਦਇਆ ਕਮਾਏ ਦਾ। ਫਿਰ ਕੀ, ਕਾਂ ਦੇ ਕਾਂ ਰਹਿ ਗਿਆ ਸੀ। ਫੜ ਫੜ ਹੰਸ ਬਣਾਏ ਕਾਂ। ਕਾਂ ਤੇ ਨਿੰਦਕ ਨੂੰ ਵੀ ਸੱਦਦੇ ਆ, ਚੁਗਲਖੋਰ ਨੂੰ ਵੀ ਸੱਦਦੇ। ਕੀ ਅਸੀਂ ਇਹ ਅਵਗੁਣ ਛੱਡ ਦਿੱਤੇ ਆ? ਸਮਰੱਥ ਪੁਰਖ ਜੇ ਉਹਨਾਂ ਉਸ ਦਿਨ ਉਂਗਲ ਨਾ ਕਹਿਤਾ ਕਿ ਤੁਸੀਂ ਉਹ ਗੁਰਮੁਖ ਜੇ, ਉਹ ਭਗਤੀ ਦੇ ਜਨ ਪਰਮੇਸ਼ਰ ਨੇ ਆਪ ਬਣਾਇਆ, ਉਹਨੂੰ ਕੋਈ ਨਹੀਂ ਕਹੇਗਾ ਕਿ ਨਹੀਂ। ਉਹ ਜਿਸ ਨੂੰ ਮਰਜ਼ੀ ਜਿਹਦਾ ਮਰਜ਼ੀ ਕਰ ਦੇਵੇ, ਚੰਗਾ ਕਰ ਦੇਵੇ, ਮੰਦਾ ਕਰ ਦੇਵੇ। ਇਹ ਪਰਮਾਤਮਾ ਦੀ ਆਪਣੀ ਕਿਰਪਾ ਆ। ਹਮਾਰੇ ਕਹਿੰਦੇ ਫੜ ਫੜ ਹੰਸ ਬਣਾਏ ਕਾਂ, ਪਰ ਜੇ ਕਹਿ ਰਹੀ ਕਾਂ ਹੰਸ ਬਣ ਗਏ, ਗਲਤ ਕਹਿੰਦੇ। ਮਹਾਰਾਜ ਨੇ ਉਸਦੀ ਇੱਕ ਵਿਧੀ ਦੱਸੀ ਆ, ਔਰ ਵਿਧੀ ਦੱਸੀ ਸੋਹੰਗੇ ਹੰਸਾ ਚੋਕ ਚਗਾਏ ਦਾ। ਕਈ ਸੋਹਮ ਕਰੀ ਜਾਂਦੇ ਆ, ਸ਼ਾਇਦ ਇਹਦੇ ਨਾਲ ਹੀ ਕਹਿੰਦੇ ਅਸੀਂ ਹੰਸ ਬਣ ਜਾਏਂਗੇ। ਨਹੀਂ, ਗਲਤ ਕਹਿੰਦੇ ਆ। ਸੋਹਮ ਦਾ ਅਰਥ ਹੈ ਜੋ ਤੂੰ ਸੋ ਮੈਂ। ਪਰਮਾਤਮਾ ਵਰਗੇ ਬਣ ਕੇ ਦਿਖਾਓ, ਹੰਸ ਬਣੋਗੇ, ਨਹੀਂ ਤੇ ਨਹੀਂ ਬਣੋਗੇ। ਜੇ ਇਹ ਕਹਿ ਦਿਓ ਕਿ ਅਸੀਂ ਸਿਰਫ ਸੋਹਮ ਕਹਿਣ ਨਾਲ ਹੰਸ ਬਣ ਜਾਣਾ, ਤਾਂ ਗਲਤ ਕਹਿੰਦੇ। ਸੋਹੰਗ ਹੰਸਾ ਚੋਕ ਚਗਾਏ ਰਹਾ। ਫੜ ਫੜ ਹੰਸ ਬਣਾਏ ਕਾਂ, ਅੰਮ੍ਰਿਤ ਆਤਮ ਜਾਮ ਪਿਆ। ਆਤਮਾ ਦੇ ਅੰਦਰ ਅੰਮ੍ਰਿਤ ਉਸ ਦੀ ਧਾਰ ਦਾ ਨਿਰਵਾਹ ਕਰ ਲੈਣਾ, ਉਸ ਨੂੰ ਸੰਜੋ ਲੈਣਾ। ਉਹਨੂੰ ਕਹਿੰਦੇ ਉਸਨੇ ਸੋਹੰਗ ਜਪਿਆ। ਜੇ ਬਾਹਰ ਬਾਹਰ ਕਿਹਾ ਤੇ ਸੋਹੰਗ ਨਹੀਂ ਸਿਮਰਨ ਕੀਤਾ। ਅੰਮ੍ਰਿਤ ਆਤਮ ਜਾਂ ਅੰਮ੍ਰਿਤ ਆਤਮਾ ਕਰਕੇ ਸੋਹੰਗ ਤੂੰ ਮੇਰਾ ਮੈਂ ਤੇਰਾ ਅਸੀਂ ਕਹਿੰਦੇ ਆ। ਮਹਾਰਾਜ ਦਾ ਇੱਕ ਹੁਕਮ ਆ, ਲੋਕ ਜਾਪ ਕਰਦੇ ਆ, ਨਿਰਰਥਕ ਕਰਦੇ ਆ। ਉਹ ਜਾਪ ਪ੍ਰਵਾਨ ਆ। ਇਹ ਨਹੀਂ ਕਿ ਅੱਖਾਂ ਮੀਟ ਕੇ ਧਿਆਨ ਧਰਿਆ ਜਾਓ। ਅੱਖਾਂ ਮੀਟ ਕੇ ਧਿਆਨ ਧਰਨ ਦੇ ਨਾਲ ਸਿਮਰਨ ਨਹੀਂ ਹੁੰਦਾ। ਜਦੋਂ ਮਨ ਦੀ ਇਹ ਅਵਸਥਾ ਬਣ ਜਾਏ, ਉਹਦੇ ਅੰਦਰ ਕੋਈ ਫੁਰਨਾ ਨਾ ਫੁਰੇ, ਕੇਵਲ ਸਿਮਰਨ ਹੋਵੇ, ਉਹ ਸਿਮਰਨ ਪ੍ਰਵਾਨ ਹੈ। ਮਨ ਦੀ ਅਵਸਥਾ ਜਿਹੜੀ ਅਫੁਰ ਵਾਲੀ, ਉਹ ਤੇ ਸ਼ਾਇਦ ਹੀ ਕਿਸੇ 'ਤੇ ਹੁੰਦੀ ਹੋਵੇ। ਔਰ ਉਸ ਵੇਲੇ ਸ਼ਾਇਦ ਕੋਈ ਵਿਰਲਾ ਹੀ ਆਦਮੀ ਸੋਹੰਗ ਦਾ ਸਿਮਰਨ ਕਰੇ, ਤੂੰ ਮੇਰਾ ਮੈਂ ਤੇਰਾ। ਫਿਰ ਉਹ ਤੁਹਾਨੂੰ ਆਤਮਾ 'ਚ ਉੱਠੇ, ਤੁਹਾਨੂੰ ਰਸਨਾ ਤੋਂ ਵੀ ਉੱਠਦੀ ਆ, ਤੁਹਾਨੂੰ ਕੰਠ 'ਚੋਂ ਵੀ ਉੱਠਦੀ ਆ, ਹਿਰਦੇ 'ਚੋਂ ਵੀ ਉੱਠਦੀ ਆ। ਆਤਮਾ 'ਚੋਂ ਕਿਸੇ ਵਿਰਲੇ ਦੀ ਉੱਠਦੀ ਆ। ਜਿੰਨਾ ਚਿਰ ਇਹ ਸੋਹੰਗ ਦੀ ਧੁਨੀ ਬਿਨਾਂ ਕਿਸੇ ਬਾਹਰਲੀ ਸਾਊਂਡ ਦੇ ਆਤਮਾ 'ਚੋਂ ਉੱਠੇ ਔਰ ਜੀਵ ਪ੍ਰਾਣੀ ਉਹਨੂੰ ਸੁਣੇ, ਉਹਨੇ ਸਿਮਰਨ ਕੀਤਾ, ਨਹੀਂ ਕੀਤਾ। ਇਹ ਮਹਾਰਾਜ ਬਾਣੀ ਕਹਿੰਦੀ ਹੈ। ਅਸੀਂ ਸਿਰਫ ਅੱਖਰ ਕਹਿ ਕੇ ਕਹਿੰਦੇ ਅਸੀਂ ਸਿਮਰਨ ਕਰ ਲਿਆ। ਔਰ ਮਹਾਰਾਜ ਕਹਿੰਦੇ ਹੈਗੇ ਆ, ਅੰਮ੍ਰਿਤ ਆਤਮ ਜਾਮ ਪਿਆਏ ਦਾ। ਉਹ ਜਾਮ, ਉਹ ਸ਼ਬਦ ਆਤਮਾ 'ਚੋਂ ਉਪਜੇ, ਉਹਨੇ ਸਿਮਰਨ ਕੀਤਾ। ਜੇ ਰਸਨਾ 'ਚੋਂ ਨਿਕਲਿਆ, ਕੰਠ 'ਚੋਂ ਨਿਕਲਿਆ, ਹਿਰਦੇ 'ਚੋਂ ਨਿਕਲਿਆ, ਪ੍ਰਵਾਨ ਨਹੀਂ ਹੋਵੇਗਾ। ਗੁਰਸਿੱਖ ਬਾਲ ਅਣਜਾਣੇ ਉਠਾਏ ਜੋ ਬਾਲਕ ਗੋਦੀ ਮਾਂ। ਫਿਰ ਜੇ ਸੱਚੇ ਪਾਤਸ਼ਾਹ ਆਪ ਜੀ ਨੂੰ ਕਹਿਤਾ ਕਿ ਤੁਸੀਂ ਮੇਰੇ ਧੀਆਂ ਪੁੱਤਰ ਜੇ,
ਕਰਮ ਨਹੀਂ ਵਿਚਾਰਿਆ। ਮਾਂ ਪੁੱਤਰਾਂ ਧੀਆਂ ਦਾ ਔਗਣ ਨਹੀਂ ਵਿਚਾਰਦੀ, ਉਹ ਨਜ਼ਰ ਅੰਦਾਜ਼ ਕਰ ਜਾਂਦੀ ਹੈ। ਜੋ ਬਾਲਕ ਗੋਦੀ ਮਾਂ ਪਿਤਾ ਪੂਤ ਵੇਖ ਵਿਖਾਏ ਦਾ, ਫੜ ਫੜ ਹੰਸ ਬਣਾਏ ਕਾਂ ਸੋ ਗਏ ਹੰਸਾ ਚੋਕ ਚਗਾਏ ਦਾ। ਲੇਖਾ ਜਾਣੇ ਕਾਇਆ ਨਗਰ ਖੇੜਾ। ਕਿੰਨੀ ਵਾਰੀ ਮੈਂ ਭਗਤਵਾਰ ਗਿਆ, ਕਿੰਨੀ ਵਾਰੀ ਗੁਰਦੁਆਰੇ ਮੰਦਰ ਗਿਆ ਆ। ਇਹ ਨਹੀਂ ਸੱਚੇ ਪਾਤਸ਼ਾਹ ਪੁੱਛਣਾ, ਉਹ ਪੁੱਛੇਗਾ ਲੇਖਾ ਜਾਣੇ ਕਾਇਆ ਨਗਰ। ਇਹ ਜਿਹੜਾ ਕਾਇਆ ਆ, ਇਹਦੀ ਕੀ ਬਣਤਰ ਅਸੀਂ ਬਣਾ ਲਈ। ਮਹਾਰਾਜ ਕਹਿੰਦੇ ਹਨ ਸੱਚ ਬੰਕ, ਸੱਚ ਸਚਿਆਰਾ ਜੀਵਨ ਵੀ ਆ ਤੇ ਸੱਚ ਪਰਮਾਤਮਾ ਵੀ ਆ। ਸੱਚ ਬੰਕ ਆਪ ਸਹਾਏ ਦਾ, ਪਰਮਾਤਮਾ ਤੁਹਾਡੇ ਘਰ ਨੂੰ ਸੁਹਾਵੇ, ਪਰਮਾਤਮਾ ਤੁਹਾਡੇ ਅੰਤਰ ਕਾਇਆ ਨਿਵਾਸ ਕਰ ਲਏ। ਇਹ ਨਾ ਹੋਵੇ ਅਸੀਂ ਬਾਹਰਲੀ ਧੁਨੀ 'ਚ ਫਸੇ ਰਹੀਏ ਤੇ ਸਾਨੂੰ ਮਿਲੇ ਕੁਝ ਵੀ ਨਾ। ਸੱਚ ਬਣ ਕੇ ਆਪ ਸੁਹਾਏ ਰਹਾ। ਫਿਰ ਇੱਕ ਹੋਰ ਸ਼ਰਤ ਜਿਹੜੀ ਲਾਤੀ ਨਥਾਵਿਆ। ਹੁਣ ਅਸੀਂ ਬਹੁਤੇ ਗੁਰੂ ਬਣਾ ਲਏ। ਕਈ ਕਹਿੰਦੇ ਅਸੀਂ ਬੇੜਾ ਪਾਰ ਕਰ ਦਿਆਂਗੇ। ਇਸ ਤਰ੍ਹਾਂ ਦੇ ਵੀ ਅਸੀਂ ਦੇਖੇ ਗੁਰੂ। ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਬਣਾਇਆ। ਸੱਚੇ ਪਾਤਸ਼ਾਹ ਜੀ ਇੱਕੋ ਹੀ ਗੱਲ ਕਹੀ, ਥੋੜਾ ਜਿਹਾ ਮੈਂ ਇੱਧਰ ਉੱਧਰ ਜਾਣ ਲੱਗਾ, ਮੈਨੂੰ ਮਾਫੀ ਦੇਣਾ। ਦਿੱਲੀ ਕੋਈ ਦਿਨ ਹੋਏ ਥੋੜਾ ਜਿਹਾ ਝਗੜਾ ਹੋ ਗਿਆ। ਮੈਨੂੰ SHO ਕਹਿਣ ਲੱਗਾ, ਕਹਿੰਦਾ ਜੀ ਤੁਹਾਡੇ ਇਹ ਜਿਹੜਾ ਧਰਮ ਆ ਇਹ ਚੱਲਦਾ ਕਿੱਦਾਂ? ਹਰ ਧਰਮ ਦੇ ਅੰਦਰ ਕੋਈ ਗੁਰੂ ਮਰ ਜਾਂਦਾ, ਜੇ ਤੂੰ ਸ਼ਬਦ ਧਾਰਦਾ ਤੇ ਸ਼ਬਦ ਧਾਰ ਮਿਲ ਜਾਂਦੀ ਹੈ, ਨਹੀਂ ਤਾਂ ਉਹਨਾਂ ਦੀਆਂ ਕਮੇਟੀਆਂ ਗੁਰੂ ਚੁਣ ਲੈਂਦੀਆਂ। ਮੈਂ SHO ਨੂੰ ਆਖਿਆ, ਮੈਂ ਕਿਹਾ ਸਾਡੇ ਸਤਿਗੁਰਾਂ ਨੇ 5 ਗੁਰਸਿੱਖਾਂ ਨੂੰ ਕਿਹਾ ਕਿ ਤੁਸੀਂ ਹਰ ਸੰਗਤ ਦਾ ਕੰਮ ਚਲਾਇਆ। ਮੈਂ ਕਿਹਾ ਪਹਿਲਾਂ ਮੇਰਾ ਨਾਂ ਆਉਂਦਾ, ਉਹ ਹੱਕਾ ਬੱਕਾ ਰਹਿ ਗਿਆ। ਜੇ ਪਹਿਲਾਂ ਤੇਰਾ ਨਾਂ ਆਉਂਦਾ ਤਾਂ ਫਿਰ ਇਹ ਰੌਲਾ ਕਿਸ ਗੱਲ ਦਾ ਆ? ਮੈਂ ਕਿਹਾ ਜੇ ਤਾਂ ਮੈਨੂੰ ਪਤਾ ਨਹੀਂ, ਇੱਕੋ ਗੱਲ ਦਾ ਪਤਾ ਕਿ ਭਗਤਵਾਰ ਜਿਹੜੇ ਆ ਇਹ ਸ੍ਰਿਸ਼ਟੀ ਦੇ ਸਾਂਝੇ ਆ। ਹਰ ਥਾਂ ਝਗੜਾ ਆ ਭਗਤਵਾਰਾਂ ਦਾ। ਕਿਆ ਸਤਿਗੁਰਾਂ ਇਹ ਨਹੀਂ ਕਿਹਾ ਕਿ ਸੰਗਤ ਤੁਹਾਡਾ ਭਗਤਵਾਰ ਜੁਗ ਜੁਗ ਵਸਦਾ ਰਹੇ? ਇਹ ਭਗਤਵਾਰ ਕਿਸੇ ਦੇ ਵੀ ਨਹੀਂ, ਇਹ ਸ੍ਰਿਸ਼ਟੀ ਦੇ ਸਾਂਝੇ ਆ। ਪ੍ਰਬੰਧਕ ਹੋ ਸਕਦੇ, ਕੋਈ ਬਣ ਸਕਦਾ, ਪਰ ਜੇ ਕਹਿ ਦਿਓ ਕੋਈ ਮਾਲਕ ਬਣੇਗਾ ਤੇ ਨਹੀਂ ਬਣੇਗਾ, ਅੱਜ ਨਹੀਂ ਤਾਂ ਕੱਲ੍ਹ ਨੂੰ ਹਟ ਜਾਏਗਾ। ਇਹ ਜਿਹੜੇ ਬੰਕ, ਇਹ ਨਹੀਂ ਕਿ ਕਿਹਦੇ ਮਾਲਕ ਕੌਣ ਆ। ਜੇ ਉਹਨਾਂ ਦਾ ਮਾਲਕ ਅਕਾਲ ਪੁਰਖ ਆ ਤੇ ਉਹ ਭਗਤਵਾਰ ਆ। ਜੇ ਉਹ ਕਿਸੇ ਦੀ ਜਾਇਦਾਦ ਤੋਂ ਭਗਤਵਾਰ ਨਹੀਂ। ਮਹਾਰਾਜ ਕਹਿੰਦੇ ਆ ਸੱਚ ਬੰਕ, ਬੰਕ ਮਹਲ ਨੂੰ ਸੱਦਦੇ ਆ। ਸੱਚ ਬੰਕ ਆਪ ਸਹਾਏ ਦਾ। ਅਗਰ ਇਹ ਭਗਤਵਾਰ ਅਕਾਲ ਪੁਰਖ ਨੂੰ ਅਰਪਣ ਕਰਦੇ ਆ, ਭਗਤਵਾਰ ਆ। ਜੇ ਨਹੀਂ ਕਰਦੇ ਤੇ ਉਹ ਕਿਸੇ ਦਾ ਨਿੱਜੀ ਜਾਇਦਾਦ ਆ।
सच बंक आप सुहाए रहा, नथाव्या देवे साचा था। ये नहीं कि कोई अमीर ज़्यादा कह दे कि मैं मालिक है। अमीर ज़्यादा मालिक नहीं बन गए, मालिक तो वो जेड़े नथावे। नथाव्या देवे साचा था। फिर नथावा कौन है? नथावा जिहदे चार सज्जन ना मित्र दोस्त ना हो। नहीं, महाराज कहते नथाव्या देवे साचा था। केड़ा था? चरण द्वारा। हम भगत द्वार आ। अगर मैं कह दिया दिल्ली वाला भगत द्वार मेरा, वो भगत द्वार नहीं, वो कोठा है, मकान है। जे वो सच्चे पातशाह जी का है तो फिर वो भगत द्वार है। मंत्र क्यों जी होवे? महाराज कहते सच द्वार एक विखाएंदा, इको दा परमात्मा दा ओ भगत द्वार हैं। एक दा इको परमात्मा भगत द्वारा एक विखाए रहा। ज्योति जो स्वरूप हारिया अपनी कृपा कर, निर्दन सरदन अपने रंग रंगाए। ये शायद कबीर साहब का शब्द है, गुरु ग्रंथ साहब। सरदन निर्दन के जाए, हालांकि अखां के उत्ते बिठाए इस तरह करके हर किसी ने आँदी भी पंक्ति पूरी है। तो ये निर्धन सरदन के जाए, सरदन बैठा पीठ पर आए। वो कहता मैं देखिया नहीं पावा सका भरा क्यों ना हो। ये गुरु ग्रंथ साहब दी पंक्तियां। फिर भगत द्वार कौन है? जिन्होंने सतगुर मान देवे, जेडे सतगुर दे हवाले कर दिते जान। जो स्वरूप आप अपनी कृपा कर, निर्धन सरदन अपने रंग रंगाएदा। निर्धन मीतड़ा हर निरंकार। महाराज पूर्ण सिंह जी ने भगत द्वार बनाए दो, एक दिल्ली वाला, एक जेठूवाल वाला, एक गुरमुख द्वारा भी बनाया। निर्धन मीतड़ा चोलड़ा रंगे बिच संसार। रंगण का अर्थ हुंदा मचा तोला बने आप निरंकार। नाम कंडा, नाम शब्द नूं भी सददे। जो शब्द च लिखिया है, बाणी च लिखिया, वो इस ते तोलेगा। साचा तोला बने आप निरंकार। नाम कंडा हाथों उठाए रहा। ये बाणी दे नाल तोलिया जाएगा। देखी दा सुनी दा है। गुरुद्वारे मंदिर भी झगड़े है, वो भी कहते साडे है, कई ग्रंथी कहते साडे है, कि बाणी भी कहती किसी दे है। बाणी कहती एक परमात्मा दे है। नाम कंडा हाथों उठाए रहा। फिर गुरमुख सज्जन कर तैयार। और गुरमुख सज्जन की तुसी परिभाषा समझ ली होगी। पहली गल, ओनू प्रेम का रंगना होवे, परमात्मा के प्रेम की। और दूजा पातशाह जी आख्या कि नाम कंडा ਉਹਦੇ कर्म ਜਿਹੜੇ ਆ ਉਹ ਬਾਣੀ ਦੇ ਆਧਾਰ ਦੇ ਉੱਤੇ ਪਰਖੇ ਜਾਣਗੇ। ਅਗਰ ਅਸੀਂ ਬਾਣੀ ਦੀ ਕਸੌਟੀ ਦੇ ਆਪਣੇ ਕਰਮ ਦੇਖੀਏ, ਆਪਾਂ ਪੂਰੇ ਉਤਰਾਂਗੇ।
साचा तोला बने आप नंकार है, नाम कंडा हाथ उठाइया, गुरमुख सज्जन कर त्यार। ये दो चीज़ां जरूरी है गुरमुख बन लई। एक नाम दे उत्ते पूरा उतरे, एक परमात्मा दे प्यार ते पूरा उतरे। ये नहीं कि जगत दे प्यार हुण असीं 4 आदमी इकट्ठे कर रहे थे असीं कह दी कि मेरी एक जमात बड़ी बन गई। बड़ी जमात नहीं चाहिए, बड़ी जमात चाहिए परमात्मा चाहिए, फिर जाके गुरमुख बनीदा है। गुरमुख सज्जन कर त्यार वेखण हारा थाओ थाइया, फिर असीं सारे कही असीं गुरमुख हैं। तो बई शब्द की धार ते दे लो किन्ने क सज्जन है। बनास्पत वंड वंडाए 18 पार। बनास्पत जड़ी आ, अगर जितने भी पौधे वगैरह है उन्होंने पत्ता एक एक पत्ता लै लीए, उन्होंने तोल करिए तो 18 पार बनता है। महाराज कहते हैं बनास्पत वंड वंडाए 18 पार, गुरसिख चरण धूल तोलन ना लाया। फिर गुरसिख की चरण धूल पैरों की मिट्टी नहीं, ਉਹਦੀ विचारधारा 18 पार जरा उन्होंने बड़ा मान मिलया आ कि जितनी भी नस्बत है अगर वह एक एक पत्ता लीए 18 पार बनते हैं। पर गुरसिख की चरण धूल ते एक कण भी होवे तो वही भी तुलना जी है 18 पार वो बराबर नहीं बनते। बनास्पत वंड वंडाए 18 पार है, गुरसिख चरण धूल तुलना राई यहाँ, करे खेल अगम पार है, अलख गोचर दसन आई यहाँ। ये वड्याई कहने दिती भगतां नूं, जिहड़ा परमात्मा अगम है। अगम जिस तक असी पहुँच नहीं सकते, अगोचर जिहदा असी हाथ नहीं पा सकते। अगम है अगोचर दसन आएदा, आज जुगादी कर पसार है, जुगा जगंतर वेख बखाएदा। फिर एक खेड परमात्मा अज नहीं जादी सृष्टि बनी तद ही ये खेड है। फिर आप थोड़ी जी विचार, काफ़ी देर हो गई भाई, 1 बजन वाला हो गया। सिख बनना जड़ा ਉਹਦਾ महाराज ने जो कसौटी दसी आ कि गुरमुख बनो। फिर रंग मजीठी तैनू परमात्मा की रंगना चाहनी चाहिए है। तेरे अंदरों जी द्वैश आ वो दूर होनी चाहिए है। कूड़ का मार्ग त्यागना चाहिए। इस तरह करके सच्चे पातशाह सानू अपने जीवन जांच दसी आ कि आप एक करते हैं कि नहीं। अगर नहीं करते तो फिर आप सत्संग च ही नहीं जाते। सत्संग इसलिए जाते हैं कि सच्चे पातशाह सानू बोध की कराते हैं। तो जे असी यही नहीं सीखना आए, असी सिर्फ आए हैं कि चलो 4 सिख बैठ गए गप्पा मार के घर चले गए, असी कुछ नहीं किया। महाराज अगे कहते हैं आज जुगादी कर पसार है, जुगा जगंतर वेख विखाईया, साजो तेता द्वापर करया पार। कलयुग अंतम बजी बधाई आ। हुण कलयुग दे विच ये अंतम समा आ गया। मैं कई बारी सोचता हाँ कि एक जोतशी ने एक गुड़गांव के रहने वाला सी, उसने एक किताब लिखी सी, उस उन्हें कहा सी कि कलयुग में साजू लाएगा परमात्मा। उन्हें कहा कि 1000 बरे का होएगा, मुड़ के फिर कलयुग लग जाएगा। पर बाणी इसकी तस्दीक नहीं करती, पर यह जरूर कहती है कलयुग के साजू लाया। तस्दीक
ਇਸ ਇਹ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਧਰਤੀ 'ਤੇ ਡਿੱਗਾ, ਉਦੋਂ ਕਲਯੁਗ ਦੀ 4 ਲੱਖ ਦੀ ਆਯੂ ਖਤਮ ਹੋ ਗਈ। 4 ਸਾਹਿਬਜ਼ਾਦਿਆਂ ਨਾਲ ਉਹਨਾਂ ਦੀ ਸ਼ਹਾਦਤ ਦੇ ਨਾਲ 32,000 ਆਯੂ ਖਤਮ ਹੋ ਗਈ, ਔਰ ਰਹਿੰਦੀ ਖੁੰਦੀ ਕਸਰ ਕਾਈ ਦਾ ਬੂਟਾ ਪੁੱਟ ਕੇ 10ਵੇਂ ਪਾਤਸ਼ਾਹ ਕਰ ਦਿੱਤੀ ਪੂਰੀ। ਪਰ ਹੁਣ ਆਪਾਂ ਕੀ ਕਰੀਏ? ਕੀ ਅਸੀਂ ਸਾਜੂਗੀ ਜੀਵ ਬਣ ਗਏ ਆ? ਭਾਈ ਆਪਾਂ ਪਹਿਲਾਂ ਕੀਤੀ ਸੀ ਗੱਲ, ਅਸੀਂ ਵਿਚਾਰ ਕਰਨੀ ਕਿ ਅਸੀਂ ਮਹਾਰਾਜ ਦੀ ਬਾਣੀ ਸੁਣ ਕੇ ਅਸੀਂ ਕਰਦੇ ਕੀ ਆ? ਮਹਾਰਾਜ ਕਹਿੰਦੇ ਹਨ ਕਲਯੁਗ ਅੰਤਮ ਵੱਜੀ ਵਧਾਈ ਆ। ਸ਼ਾਸਤਰਾਂ ਵਿੱਚ ਲਿਖਿਆ ਕਿ 1000 ਵਰ੍ਹੇ ਤੋਂ ਬਾਅਦ ਵਿਸ਼ਨ ਵੀ ਬਦਲ ਜਾਂਦਾ ਨਾ, ਸ਼ਿਵ ਜੀ ਬਦਲ ਜਾਂਦਾ, ਬ੍ਰਹਮਾ ਬਦਲ ਜਾਂਦਾ, ਇੰਦਰ ਬਦਲ ਜਾਂਦਾ। ਫਿਰ ਇਹ ਕਹਿ ਦੇਣਾ ਕਿ ਕਲਯੁਗ ਫਿਰ ਲੱਗੇਗਾ, ਗਲਤ ਕਹਿੰਦੇ ਆ, ਕਿਉਂਕਿ ਵਿਸ਼ਨ ਬ੍ਰਹਮਾ ਬਦਲ ਗਿਆ। ਉਹਦੀ ਜਗ੍ਹਾ ਮਹਾਰਾਜ ਪੂਰਨ ਸਿੰਘ ਦੇ ਪਿਤਾ ਸਰਦਾਰ ਪਾਲ ਸਿੰਘ ਨੂੰ ਮਿਲ ਗਏ। ਸ਼ਿਵਾ ਦੇ ਜਗ੍ਹਾ ਜਿਹੜੀ ਆ ਉਹ ਮਹਾਰਾਜ ਪੂਰਨ ਸਿੰਘ ਦੇ ਸਪੁੱਤਰ ਜਗਦੀਸ਼ ਸਿੰਘ ਨੂੰ ਮਿਲ ਗਈ, ਔਰ ਇੰਦਰ ਦੀ ਜਗ੍ਹਾ ਮਨਜੀਤ ਸਿੰਘ ਨੂੰ ਮਿਲ ਗਈ। ਫਿਰ ਇਹ ਜਿਹੜੇ ਯੁੱਗ ਹਨ ਇਹ ਆਪਣੀ ਤਰਤੀਬ ਦੇ ਨਾਲ ਹੀ ਆਉਣਗੇ। ਇਹ ਨਹੀਂ ਹੋਏਗਾ ਕਿ ਫਲਾਨਾ ਪਹਿਲਾਂ ਆ ਗਿਆ, ਫਲਾਨਾ ਬਾਅਦ ਆ ਗਿਆ। ਔਰ ਮਹਾਰਾਜ ਕਹਿੰਦੇ ਹਨ ब्रह्मा विष्णु शिव कर्ण पुकार, नेत्र नैन रहे उठाई यहाँ, करोड़ ततीसा हाहाकार है, उच्ची कूक देन दुहाई यहाँ। मन का ख्याल आ सच्चे पातशाह जन सच किया। जदों इंद्र की बदली की, ਮਨਜੀਤ ਸਿੰਘ ਨੂੰ ਇੰਦਰ ਦੀ ਪਦਵੀ ਦੇ ਉੱਤੇ ਸਥਾਪਿਤ ਕੀਤਾ। ਉਸ ਵੇਲੇ 33 ਕਰੋੜ ਦੇਵਤਾ ਜਿਨ੍ਹਾਂ ਦੀ ਪੁਰਾਣੀ ਪੂਜਾ ਕਰਦੇ ਆ, ਕੋਈ ਬਾਰਿਸ਼ ਦਾ ਕਰਕੇ, ਕੋਈ ਵਾਯੂ ਦਾ ਕਰਕੇ, ਕੋਈ ਸੂਰਜ ਦੇਵਤਾ ਕਰਕੇ, ਕੋਈ ਇੰਦਰ ਕਰਕੇ, ਇਸ ਤਰ੍ਹਾਂ ਕਰਕੇ ਇਹਨਾਂ ਦੇਵਤਿਆਂ ਦੀ ਪੂਜਾ ਹੁੰਦੀ ਆ। ਔਰ ਮਹਾਰਾਜ ਕਹਿੰਦੇ ਹਨ ਜਿਹੜੇ 33 ਕਰੋੜ ਦੇਵਤਾ ਇੰਦਰਲੋਕ 'ਚ ਆ, ਉਹ ਮਨਜੀਤ ਸਿੰਘ ਦੇ ਅੱਗੇ ਆਣ ਕੇ ਹਾੜਾ ਕੱਢਦੇ ਆ। ਉਹ ਕਹਿੰਦੇ ਅਸੀਂ ਇੱਥੇ ਇਤਨੀ ਦੇਰ ਰਹੇ ਹਾਂ, ਸਵਾਏ ਇੱਕ ਅਪਸ਼ਰਾ ਭੋਗਣ ਤੋਂ ਅਸੀਂ ਕੋਈ ਕਰਮ ਨਹੀਂ ਕੀਤਾ, ਸਾਨੂੰ 84 ਮਿਲੇਗੀ। ਕਿ ਅਸੀਂ ਵੀ ਇੰਦ ਲੋਕ ਦੀ ਖਾਸ਼ ਕਰਕੇ, ਤਮੰਨਾ ਕਰਕੇ ਪਰਮਾਤਮਾ ਦੀ ਪੂਜਾ ਕਰਦੇ ਹਾਂ, ਫਿਰ 84 ਮਿਲੇਗੀ। ਹੈ ਗੁਰਮੁਖੀਆਂ, ਫਿਰ ਇੱਕੋ ਹੀ ਪੂਜਾ ਕਰਿਓ ਜੋ ਸਤਿਗੁਰ ਪੂਰਨ ਸਿੰਘ ਨੇ ਦੱਸੀ, ਉਹ ਅਕਾਲ ਪੁਰਖ ਦੀ ਹੈ, ਨਿਰਗੁਣ ਨਿਰੰਕਾਰ ਦੀ ਹੈ। ਜੇ ਅਸੀਂ ਇੱਧਰ ਉੱਧਰ ਪਟ ਗਏ, ਸਾਡਾ ਇਹ ਮਨੁੱਖਾ ਜਨਮ बेकार चलिया जाएगा। करोड़ ततीसा हाहाकार, उच्ची कूक कूक देन दुआई है। यह भी रौला पाउन लग पे कि हे मनजीत सिंह साडे लई बेनती कर सच्चे पातशाह दे चरनां च कि सानू इन्हां देवतियां दी जूनी चों कड्ढण। सो देवतियां दी जूनी चंगी नहीं गई। उच्ची कूक देन दुआई आ, सुरपत राजा इंद तहां रहा मार, तख्त ताज ना शोभा पाई। ਜਿਹੜਾ कि एक मनवंतर 74 युग ਦਾ, 71 युग ਦਾ, 71 युग ਚੌਕੜੀ ਦਾ ਇੱਕ मनवंतर, 14 मनवंतर इंदर राज करदा। और इत्थे महाराज कहते इंदर धां मार मार रोंदा,
कि ये जिहड़ा इंद्रलोक दा ताज आ ये मैनू नहीं चाहिए। फिर सुख वाले ताज तख्त ये सिख नूं नहीं चाहिए। सिख नूं ते कोई चाहिए सच्चे पातशाह दे चरनां दी धूड़ अते चरनां दी धूड़ ओहदी बाणी दा ज्ञान बोध जिहड़ा है। अगर असीं सत्संग दे विच बैठ के सच्चे पातशाह दी बाणी दा बोध नहीं अपने आप नूं कराउण दी कोशिश करते, ओहदी विचार नहीं करते, फिर अपना सत्संग कीता एवें जाएगा। इसलिए हे गुरमुख जनों, कर भावें तुसीं एक पंक्ति पढ़ियो उसकी विचार कर लिया करो सच्चे पातशाह जी फरमान की करते हैं। जे इस तरह करांगे फिर आप कहांगे असी सत्संग कीता। जो पहला शुरू हुआ सी कि ये विचार करनी चाहिए चरण धूड़ की है। चरण धूड़ ये नहीं पैरों की मल जी ये नहीं, ये है शब्द की विचार। जिन्ना चिकर शब्द की विचार नहीं करांगे हे गुरमुख जनों असी सत्संग नहीं किया। सारिਆਂ ਦੇ ਅੱਗੇ ਬੇਨਤੀ ਕਰਾਂਗਾ कि भावें दो पंक्तियां दो दी पढ़ लिया करो, एक शब्द पढ़ लिया करो, ओदी विचार करोगे यही सच्चे पातशाह दे चरण धूड़ आ जिस दे नाल साडा लोक परलोक जिहड़ा सवार होवे। इन्हां शब्दां खेमा मंगागा। कोई मेरी तबीयत वैसे ठीक नहीं सी, आना नहीं सीगा, मजबूरी च आना पै गया। सच्चे पातशाह सारिਆਂ ਦੇ ਉੱਤੇ किरपा कर अपने चरणों की शब्द धार की धूड़ सारिया गुरमुखों को बख्शन ਅਤੇ अपने चरणों की रंगना दे। इन्होंने शब्दों में किवें मंगा सो महाराज सिंह विष्णु भगवान